ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੌਵਾਂ ਅਧਿਆਇ ਦੋਹਰਾ। ਬੁੱਧ ਵਹੀ ਪਰਵਾਨ ਹੈ, ਕਰੈ ਜੋ ਪਰਉਪਕਾਰ। ਨਸ਼ਟ ਬੁੱਧ ਹੈ ਤਿਨੋਂ ਕੀ, ਜਪ ਹੈ ਨ ਹਰਿ ਉਰ ਧਾਰ। ਬੁੱਧ ਵਹੀ ਪਰਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੌਵਾਂ ਅਧਿਆਏ ਚਾਣਕੇ ਰਾਜਨੀਤ ਗ੍ਰੰਥ ਦਾ ਜਾਂ ਚਾਣਾਕਾ ਰਾਜਨੀਤੀ ਗ੍ਰੰਥ ਦਾ ਪੜ੍ਹਨ ਲੱਗੇ ਹਾਂ। 8 ਅਧਿਆਏ ਸੰਪੂਰਨ ਹੋ ਚੁੱਕੇ ਆ। ਹੁਣ ਜਿਹੜੇ ਅਧਿਆਏ ਆਉਣੇ ਛੋਟੇ ਛੋਟੇ ਹੀ ਆ। ਆਓ ਅੱਜ ਨੌਵਾਂ ਅਧਿਆਏ ਪ੍ਰਾਰੰਭ ਕਰੀਏ। ਨੌਵਾਂ ਅਧਿਆਏ ਜਿਹੜਾ ਵਾ ਤੇ ਦੋਹਰਾ ਛੰਦ ਵਾ। ਅੱਗੇ ਦੋਹਰੇ ਵਿੱਚ ਛੰਦਾਬੰਦੀ ਦੇ ਰਾਹੀਂ ਕਵੀ ਸੈਨਾਪਤੀ ਭਾਈ ਸੈਣ ਜੀ, ਭਾਈ ਸੈਣ ਸਿੰਘ ਜਿਨ੍ਹਾਂ ਦਾ ਨਾਮ ਹੋਇਆ, ਉਹ ਅਨੁਵਾਦ ਕਰਦੇ ਹੋਏ ਚਾਣਾਕਾ ਰਾਜਨੀਤੀ ਗ੍ਰੰਥ ਦਾ ਆਮ ਭਾਸ਼ਾ ਵਿੱਚ ਸਾਡੇ ਉੱਪਰ ਬਖਸ਼ਿਸ਼ ਕਰਦੇ ਹੋਏ ਉਲੱਥਾ ਕਰ ਰਹੇ ਹੈ। ਆਓ ਜਿਵੇਂ ਸਿੱਖਿਆ ਆ ਰਹੀ ਸੁਣੀਏ। ਬੁੱਧ ਵਹੀ ਪਰਵਾਨ ਹੈ। ਵਹੀ ਕਹੀਏ ਉਹੀ ਬੁੱਧੀ ਅਕਲ ਸਿਆਣਪ ਪ੍ਰਵਾਨਿਕ ਹੈ, ਕਬੂਲ ਹੁੰਦੀ ਹੈ। ਪ੍ਰਵਾਨ ਕਹਿ ਲਓ, ਕਬੂਲ ਕਹਿ ਲਓ। ਉਹੀ ਪ੍ਰਵਾਨਿਕ, ਉਹੀ ਬੁੱਧੀ ਸਿਆਣਪ ਕਬੂਲ ਹੈ। ਕਰੈ ਜੋ ਪਰਉਪਕਾਰ। ਜਿਹੜੀ ਪਰਉਪਕਾਰ ਕਰਦੀ, ਜੋ ਪਰ ਕਹੀਏ ਪਰਾਇਆਂ ਉੱਪਰ, ਦੂਸਰਿਆਂ ਉੱਪਰ ਉਪਕਾਰ ਕਰਦੀ ਆ, ਜੋ ਬੁੱਧੀ ਦੂਸਰਿਆਂ ਦਾ ਭਲਾ ਕਰਦੀ ਆ, ਉਹਨਾਂ ਮਨੁੱਖਾਂ ਦੀ ਬੁੱਧੀ ਪ੍ਰਵਾਨ ਆ ਜੋ ਸਦਾ ਹੀ ਦੂਸਰਿਆਂ ਦਾ ਭਲਾ ਕਰਦੇ ਆ। ਠੀਕ ਹੈ ਜੀ। ਨਸ਼ਟ ਬੁੱਧ ਹੈ ਤਿਨੋਂ ਕੀ। ਤਿਨੋਂ ਕੀ ਕਹੀਏ ਉਹਨਾਂ ਦੀ, ਮਨੁੱਖਾਂ ਦੀ ਅਕਲ, ਬੁੱਧੀ, ਸਿਆਣਪ ਨਸ਼ਟ ਹੋ ਜਾਂਦੀ ਆ, ਮਾਰੀ ਜਾਂਦੀ ਆ। ਕਿਹਨਾਂ ਦੀ? ਜਪ ਹੈ ਨਾ ਹਰਿ ਉਰ ਧਾਰ। ਜਿਹੜੇ ਦਿਲੋਂ ਹੋ ਕੇ ਹਰ, ਜਿਹੜਾ ਪਰਮੇਸ਼ਰ ਆ, ਉਹਨੂੰ ਹਰ ਕਹੀ, ਪਰਮੇਸ਼ਰ ਕਹੀਏ ਹਰ, ਤੇ ਔਰ ਕਹੀਏ ਦਿਲ। ਦਿਲ ਵਿੱਚ ਧਾਰ ਕੇ ਵਸਾ ਕੇ ਜਿਹੜਾ ਉਹਦਾ ਨਾਮ ਨਹੀਂ ਜਪਦੇ, ਉਹਨੂੰ ਸਿਮਰਦੇ ਨਹੀਂ ਆ, ਉਹਨਾਂ ਦੀ ਬੁੱਧੀ ਨਸ਼ਟ ਹੋ ਜਾਂਦੀ। ਕਿਉਂਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਵੱਡਾ ਮੂਰਖਾਂ ਤੋਂ ਮੂਰਖ ਬੰਦਾ ਵਾ, ਮੂਰਖਾਂ ਦਾ ਸ਼੍ਰੋਮਣੀ ਮੂਰਖ ਆ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਮੰਨਦਾ। ਠੀਕ ਆ ਜੀ। ਤੇ ਬੁੱਧੀ ਉਹ ਪ੍ਰਵਾਨਿਕ ਹੈ ਜਿਹੜੀ ਪਰਾਇਆਂ ਦੇ ਪਰਉਪਕਾਰ ਕਰਦੀ। ਪਰਉਪਕਾਰੀ ਗੁਰੂ ਪਿਆਰੇ, ਜਨਮ ਮਰਨ ਦੋਹੂੰ ਮੈਂ ਨਾਹੀ। ਜਨ ਪਰਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਣ, ਹਰਿ ਸੋ ਲੈਣ ਮਿਲਾਏ। ਪਰਮੇਸ਼ਰ ਦੀ ਬਾਣੀ ਉੱਤਮ ਆ, ਤੇ ਉੱਤਮ ਬਾਣੀ ਨੂੰ ਗਾ ਕੇ ਹਿਰਦੇ ਵਿੱਚ ਵਾਹਿਗੁਰੂ ਨੂੰ ਧਿਆ ਕੇ ਆਪਣੀ ਬੁੱਧੀ ਕਾਇਮ ਰੱਖਦੇ ਆ, ਤੇ ਉਹਨਾਂ ਮਨੁੱਖਾਂ ਦੀ ਬੁੱਧੀ ਤੇ ਨਸ਼ਟ ਹੋ ਜਾਂਦੀ, ਖਤਮ ਹੋ ਜਾਂਦੀ, ਮਾਰੀ ਜਾਂਦੀ ਆ, ਜਿਹੜੇ ਜਪ ਹੈ ਨਾ ਹਰਿ ਉਰ ਧਾਰ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰ ਕੇ ਕਦੇ ਜਪਦੇ ਹੀ ਨਹੀਂ ਆ, ਧਿਆਉਂਦੇ ਹੀ ਨਹੀਂ, ਸਿਮਰਦੇ ਨਹੀਂ ਹੈ। ਦੋਹਰਾ। ਨਿਰਮਲ ਬੁੱਧ ਹੈ ਤਿਨੋਂ ਕੀ। ਹੁਣ ਅੱਗੇ ਪ੍ਰਕਰਨ ਨੂੰ ਜੋੜਦਿਆਂ ਹੋਇਆਂ ਚਾਣਕੇ ਰਿਸ਼ੀ ਕਹਿ ਰਹੇ ਆ, ਨਿਰਮਲ, ਪਵਿੱਤਰ, ਮੈਲ ਤੋਂ ਰਹਿਤ ਉਹਨਾਂ ਦੀ ਭਾਈ ਤਿਨੋਂ ਕੀ। ਤਿਨੋਂ ਕੀ ਉਹਨਾਂ ਦੀ ਬੁੱਧੀ ਹੈ, ਸਦਾ ਪਵਿੱਤਰ ਰਹਿੰਦੀ ਹੈ ਬੁੱਧੀ ਉਹਨਾਂ ਦੀ।
ਕਿਹਨਾਂ ਦੀ? ਜੋ ਜਪਤੇ ਹਰ ਨਾਮ, ਜੋ ਜਪਦੇ ਆ ਵਾਹਿਗੁਰੂ ਦੇ ਨਾਮ ਨੂੰ, ਹਰ ਵੇਲੇ ਜੋ ਜਪਦੇ ਰਹਿੰਦੇ ਆ। ਸੋਭਾ ਪਾਵਹਿ ਜਗਤ ਮੈਂ, ਉਹ ਨਾਮ ਸਿਮਰਨ ਵਾਲੇ ਮਹਾਂਪੁਰਸ਼ ਗਿਆਨੀ ਜਨ ਭਗਤ ਸੰਸਾਰ ਵਿੱਚ ਸੋਭਾ ਕਹੀਏ ਮਾਣ ਇੱਜ਼ਤ, ਸੋਭਾ ਕਹੀਏ ਵਡਿਆਈ ਪਾਉਂਦੇ ਆ। ਹਰ ਦਰਗਾਹ ਪਰਵਾਨ, ਅਤੇ ਨਾਮ ਦੀ ਕਮਾਈ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨਿਕ ਹੋਏ ਹੁੰਦੇ ਆ। ਦਰਗਾਹ ਹੁੰਦਾ ਵਾ ਕਿਤੇ ਫੈਸਲੇ ਹੁੰਦੇ, ਨਿਆਂ ਦੀ ਸਭਾ, ਵਾਹਿਗੁਰੂ ਦੀ ਸਭਾ ਦੇ ਵਿੱਚ ਉਹ ਪ੍ਰਵਾਨਿਕ ਹੁੰਦੇ ਆ, ਕਬੂਲੇ ਜਾਂਦੇ ਆ। ਪਰਮੇਸ਼ਰ ਦਾ ਜਿਹੜਾ ਸਿਮਰਨ ਕਰਨ ਵਾਲੇ ਮਤਲਬ ਲੋਕ ਪਰਲੋਕ ਵਿੱਚ ਹੀ ਸਤਿਕਾਰ ਪਾਉਂਦੇ ਆ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਗੁਰੂ ਸਾਹਿਬ ਕਹਿੰਦੇ ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪਰਵਾਨ, ਨਾਨਕ ਕੁਲ ਉਧਾਰ ਹੈ ਆਪਣਾ, ਦਰਗਹ ਪਾਵਹਿ ਮਾਨ। ਆਇਆ ਉਹ ਪਰਵਾਨ ਹੈ ਜੇ ਕੁਲ ਕਾ ਕਰੇ ਉਧਾਰ। ਇਸ ਪ੍ਰਕਾਰ ਉਹ ਸੋਭਾ ਪਾਉਂਦੇ, ਤੇ ਜਿਹੜੇ ਜਪਦੇ ਨਹੀਂ ਆ ਉਹਨਾਂ ਦੀ ਤੇ ਬੜੀ ਤਾੜਨਾ ਹੁੰਦੀ। ਉਹਦੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਵੈ ਲੇਖਾ ਕਰ ਸਮਝਾਇਆ। ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਉਥੇ ਤੇ ਪੁੱਛਿਆ ਜਾਂਦਾ। ਤੇ ਜਿਹੜੇ ਬੰਦਗੀ ਕਰਦੇ ਆ ਉਹ ਤੇ ਰੇ ਦਰਗਹ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦੇਉ। ਆਦਰ ਸਨਮਾਨ ਹੁੰਦਾ ਨਾਮ ਜਪਣ ਵਾਲਿਆਂ ਦਾ। ਨਾਮ ਪਦਾਰਥ ਸਾਜਨਾ ਉਹ ਜਿੱਤ ਕੇ ਜਾਂਦੇ ਆ। ਵੀ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਉਹ ਪਵਿੱਤਰ ਚਰਨ ਪਾ ਕੇ ਪਵਿੱਤਰ ਹੀ ਕਰ ਦਿੰਦੇ ਸੱਚੀ ਦਰਗਾਹ ਨੂੰ। ਤੇ ਜਿਹੜੇ ਦੂਜੇ ਉਹ ਤੇ ਐਵੇਂ ਪਾਪੀ ਕਰਮ ਕਮਾਵਦੀ ਕਰਦੇ, ਹਾਏ ਹਾਏ ਨਾਨਕ ਜੋ ਮਥਨ ਵਧਾਣੀਆਂ ਤੇ ਉਹ ਮਥੇ ਧਰਮ ਰਾਏ। ਉਹਨਾਂ ਨੂੰ ਤੇ ਉੱਥੇ ਬੜੀ ਮਾਰ ਪੈਂਦੀ। ਸੋ ਨਾਮ ਜਪਣਾ ਚਾਹੀਦਾ। ਇੱਥੇ ਨਾਮ ਦੀ ਗੱਲ ਵੇਖ ਲਓ, ਚਾਣਕੇ ਰਿਸ਼ੀ ਜੀ ਨੇ ਦਰਸਾਈ। ਜਦੋਂ ਕਿ ਇੱਕ ਰਾਜਨੀਤੀ, ਉਹ ਵਜ਼ੀਰ ਸੀ ਤੇ ਬ੍ਰਾਹਮਣ ਸੀ, ਫਿਰ ਵੀ ਨਾਮ ਨੂੰ ਉਹਨੇ ਮੁੱਖ ਰੱਖਿਆ ਵਾ। ਭੋਜਨ ਕਰਦੇ ਪ੍ਰਥਮ ਹੀ, ਜੋ ਮਨੁੱਖ ਆਪ ਭੋਜਨ ਕਰਨ ਕਰਤੇ ਭਈ ਭਾਵ ਕਰਨ ਤੋਂ ਪਹਿਲਾਂ ਜਾਂ ਖਾਣ ਤੋਂ ਪ੍ਰਥਮ ਹੀ ਪਹਿਲਾਂ ਹੀ ਦੇ ਸ੍ਰੀ ਕ੍ਰਿਸ਼ਨ ਨਮਿਤ, ਜੋ ਸ੍ਰੀ ਸੋਭਾ ਦੇ ਮਾਲਕ, ਜਿਸ ਵਿੱਚ ਕਿਸੇ ਪ੍ਰਕਾਰ ਦੀ ਕ੍ਰਿਸ਼ਨ ਨਾਮ ਦਾ ਕਮਜ਼ੋਰੀ ਦਾ ਨਾਮ ਨਹੀਂ ਦਾ। ਇੱਕ ਤੇ ਕ੍ਰਿਸ਼ਨ ਹੈ ਨਾ, ਇੱਕ ਕ੍ਰਿਸ਼ਨ ਦਾ ਅਰਥ ਮਹਾਂਪੁਰਸ਼ ਸੰਪਰਦਾਇ ਅਰਥ ਕੀਤਾ ਜਾਂਦਾ। ਕ੍ਰਿਸ਼ਨ ਨਾਮ ਕਮਜ਼ੋਰ ਦਾ ਹੁੰਦਾ, ਨਾਮ ਨਹੀਂ ਦਾ ਹੁੰਦਾ। ਜੋ ਸ੍ਰੀ ਕੀ ਸੋਭਾ ਦਾ ਮਾਲਕ, ਜਿਸ ਵਿੱਚ ਕਹੀਏ ਕ੍ਰਿਸ਼ਨ ਨਾਮ ਕਮਜ਼ੋਰੀ ਨਾ ਕਹੀਏ ਨਹੀਂ ਹੈ, ਉਹ ਕੌਣ ਹੈ? ਪ੍ਰਭੂ। ਤੇ ਉਸ ਪ੍ਰਭੂ ਭਾਵ ਸ਼੍ਰੋਮਣੀ ਕ੍ਰਿਸ਼ਨ ਪ੍ਰਭੂ ਦੇ ਨਿਮਿਤ ਜੋ ਭੋਜਨ ਪਹਿਲਾਂ ਹੀ ਕੱਢ ਕੇ ਤੇ ਭੋਗ ਲਵਾਉਂਦੇ ਆ, ਜਾਂ ਵੀ ਪਰਮੇਸ਼ਰ ਦੇ ਨਿਮਿਤ ਕਿਸੇ ਲੋੜਵੰਦ, ਕਿਸੇ ਗਰੀਬ ਨੂੰ ਜਿਹਨੂੰ ਜ਼ਰੂਰਤ ਹੈ ਪ੍ਰਸ਼ਾਦੇ ਦੀ, ਤੇ ਉਹਨੂੰ ਦਾਨ ਦੇਣਾ ਕਰਦੇ। ਸਵਰਗ ਨਿਸੰਸੇ ਜਾਤ ਹੈ, ਕਹਿਣ ਤੋਂ ਭਾਵ ਭੋਜਨ ਕਰਤੇ ਪ੍ਰਥਮ ਹੀ, ਭੋਜਨ ਆਪਣੇ ਕਰਨ ਤੋਂ ਛਕਣ ਤੋਂ ਪ੍ਰਥਮ ਕਹੀਏ ਪਹਿਲਾਂ ਹੀ
ਜੋ ਸਿਰੀ ਆ ਭਾਵ ਮਾਇਆ ਤੇ ਕ੍ਰਿਸ਼ਨ ਆ ਭਾਵ ਪਰਮੇਸ਼ਰ ਪਰਮਾਤਮਾ। ਮਾਇਆ ਦਾ ਮਾਲਕ ਪਰਮਾਤਮਾ, ਉਹਦੇ ਨਿਮਿਤ ਜਿਹੜੇ ਗਰੀਬ ਗੁਰਬੇ ਨੂੰ ਦਿੰਦੇ ਆ ਨਾ, ਭਾਵ ਖਵਾ ਕੇ ਤੇ ਫਿਰ ਖਾਂਦੇ ਅਥਵਾ ਵੰਡ ਕੇ ਛਕਦੇ ਆ। ਸਵਰਗ ਨਿਸੰਸੇ ਜਾਤ ਹੈ, ਉਹ ਮਨੁੱਖ ਦੇ ਬਿਨਾ ਨਿਸੰਸੇ ਕਹੀਏ ਸ਼ੱਕ ਤੋਂ ਹੈ। ਨੇ ਨਾਮ ਬਿਨਾ ਦਾ, ਸੰਸੇ ਨਾਮ ਸੰਸੇ ਦਾ, ਸ਼ੱਕ ਦਾ, ਬਿਨਾ ਸ਼ੰਕੇ ਤੋਂ ਨਾ। ਸਵਰਗ ਦਾ ਅਰਥ ਇੱਥੋਂ ਲੈ ਲੈਣਾ ਵੈਕੁੰਠ, ਪਰਮੇਸ਼ਰ ਦਾ ਸਥਾਨ ਹੈ ਨਾ। ਵੈਕੁੰਠ ਵਿੱਚ ਜਾਤ ਕਹੀਏ ਜਾਂਦੇ ਹੈ। ਉਹ ਤੇ ਭਾਈ ਸੁੱਤੇ ਸੇਧੀ ਜਾਣਗੇ ਜਿਹੜੇ ਇਹੋ ਜਿਹੇ ਰੋਜ਼ ਹੀ ਕਰਦੇ ਆ ਕਿਰਿਆ, ਜਿਵੇਂ ਚੁਣਕ ਰਿਸ਼ੀ ਜੀ ਕਰਦੇ ਹੁੰਦੇ ਸੀ। ਜਦੋਂ ਵੀ ਮਿਲੇ 7 ਦਿਨੀ 8 ਦਿਨੀ ਪਰਮੇਸ਼ਰ ਦੇ ਨਿਮਿਤ ਜ਼ਰੂਰ ਰੱਖਣਾ। ਕਰੇ ਨੇਮ ਇਹ ਨਿਤ, ਜੋ ਇਸ ਤਰ੍ਹਾਂ ਦਾ ਜਿਹੜਾ ਨੇਮ ਨਿਯਮ ਕਰੇ ਕਹੀਏ ਕਰਦੇ ਆ, ਉਹਦੇ ਸਵਰਗ ਵਿੱਚ ਬੈਕੁੰਠ 'ਚ ਹੀ ਜਾਂਦੇ ਆ। ਜਿਹੜੇ ਇਹ ਕਹੀਏ ਇਹੋ ਜਿਹਾ ਨੇਮ ਨਿਯਮ ਨਿਤ ਪ੍ਰਾਣ ਉਗਾਉਂਦੇ ਆ, ਹਮੇਸ਼ਾ ਰੱਖਦੇ ਆ। ਜਿਹੜਾ ਇਹੋ ਜਿਹਾ ਨਿਭਾਊਗਾ ਉਹ ਵੈਕੁੰਠ ਜਾਊਗਾ। ਪਰਮੇਸ਼ਰ ਦੀ ਖੁਸ਼ੀ ਹੁੰਦੀ। ਦੋਹਰਾ ਕਾਲ ਮਿੱਤਰ ਵਿਗ੍ਰਹਿ ਕਰੈ। ਇੱਥੇ ਵਿਗ੍ਰਹਿ ਦੀ ਥਾਂ ਪਾਠ ਜਿਹੜਾ ਵਿਛੋੜਾ ਵੀ ਕਰ ਲੈਂਦੇ। ਇਹ ਕਾਲ ਮਿੱਤਰ ਵਿਗ੍ਰਹਿ ਕਰੇ। ਵਿਗ੍ਰਹਿ ਭਾਵ ਵਿਛੋੜੇ ਦਾ, ਤੇ ਵਿਗ੍ਰਹਿ ਵਾਵੇ ਨਾਲ ਵੀ ਕਾ ਪਾਠ ਕਰਦੇ ਤੇ ਬੱਬੇ ਨਾਲ ਵੀ ਕਰਦੇ ਵਿਗ੍ਰਹਿ। ਅਰਥ ਵਿਗ੍ਰਹਿ ਇੱਕ ਹੀ ਬਣਦਾ, ਸੋ ਵਾਵੇ ਨਾਲ ਪਾਠ ਤੇ ਸ਼ੁੱਧ ਜ਼ਿਆਦਾ ਮੰਨਿਆ। ਇਸੇ ਪ੍ਰਕਾਰ ਵਾਵੇ ਨੇ ਕਰ ਲੈਣਾ। ਵਕਤ ਕਾਲ ਮਿੱਤਰ ਵਿਗ੍ਰਹਿ ਕਰੈ। ਕਾਲ ਭਾਵ ਸਮਾਂ, ਵਕਤ ਹੀ ਜਿਹੜਾ ਸੱਜਣਾ ਵਿੱਚ ਮਿੱਤਰਾਂ ਵਿੱਚ ਵਿਗ੍ਰਹਿ ਕਹੀਏ ਤੋੜ ਵਿਛੋੜਾ ਕਰਦਾ ਹੈ। ਵਿਗ੍ਰਹਿ ਦਾ ਅਰਥ ਕੀ ਆ? ਤੋੜ ਵਿਛੋੜਾ। ਵਿਛੋੜਾ ਇਕੱਲਾ ਕਹਿ ਲਓ। ਵਕਤੀ ਸੱਜਣਾ 'ਚ ਵਿਛੋੜਾ ਕਰਦਾ ਹੈ, ਕਰੇ ਕਹੀਏ ਕਰਾਉਂਦਾ ਹੈ। ਸਮਾਂ ਇਹੋ ਜਿਹਾ ਬਣ ਜੇ ਤੇ ਫਿਰ ਵਿਗ੍ਰਹਿ ਦਾ ਅਰਥ ਫੁੱਟ ਵੀ ਹੁੰਦਾ, ਵਿਗਾੜ ਵੀ ਹੁੰਦਾ। ਭਾਵ ਸਮਾਂ ਹੀ ਵਕਤ ਹੀ ਮਿੱਤਰਾਂ ਵਿੱਚ ਤੋੜ ਵਿਛੋੜਾ ਫੁੱਟ ਵਿਗਾੜ ਕਰੇ ਕਰਾਉਂਦਾ ਹੈ ਜਾਂ ਕਰ ਦਿੰਦਾ ਹੈ। ਕਾਲ ਸਤਰ ਕੋ ਨਾਸ। ਫਿਰ ਕਾਲ ਵਕਤ ਸਮਾਂ ਹੀ ਸਤਰ ਜਿਹੜਾ ਦੁਸ਼ਮਣ ਆ, ਉਹ ਦੁਸ਼ਮਣ ਦਾ ਨਾਸ ਜਿਹੜਾ ਕਰਦਾ ਹੈ। ਸਮਾਂ ਹੀ ਆਉਂਦਾ ਨਾ, ਸਮੇਂ ਨਾਲ ਹੀ ਸਭ ਕੁਝ ਹੁੰਦਾ। ਕਹਿੰਦੇ ਨਾ ਆਪਣਾ ਸਮਾਂ ਆਊ ਕਿਤੇ, ਉਹ ਗੱਲ ਸੱਚੀ ਹੁੰਦੀ। ਕਾਲ ਪੱਖ ਪੰਡਤ ਕਰ ਹੈ। ਇਸੇ ਕਰਕੇ ਜਿਹੜੇ ਨਾ ਕਹਿੰਦੇ ਪੰਡਤ ਜਨ, ਵਿਦਵਾਨ ਜਨ, ਉਹ ਵਿਦਵਾਨ ਸਿਆਣੇ ਗਿਆਨੀ ਪੁਰਸ਼ ਕਾਲ ਦਾ ਪੱਖ ਕਹੀਏ ਪੂਜਾ ਕਦਰ ਹਰ ਵੇਲੇ ਕਰਦੇ। ਕਿਉਂਕਿ ਵਕਤੀ ਸਾਰੀ ਭਾਈ ਸ਼ਕਤੀ ਆ। ਕਾਰਨ ਕਾਰਜ ਰਾਸ। ਕਿਉਂਕਿ ਕਾਰਨ ਜੋ ਪਰਮਾਤਮਾ ਦੀ ਸ਼ਕਤੀ ਆ, ਕੁਦਰਤ ਮਾਇਆ। ਜੇ ਕਾਰਨ ਹੁੰਦਾ ਜਿਵੇਂ ਘੜਾ ਹੁੰਦਾ ਨਾ, ਘੜੇ ਦਾ ਕਾਰਨ ਕੀ ਹੈ? ਮਿੱਟੀ ਹੈ। ਹਾਂਜੀ, ਤੇ ਘੜਾ ਕੀ ਆ? ਕਾਰਜ ਆ। ਅਸੀਂ ਕੀ ਆ? ਕਾਰਜ ਆ। ਸੰਸਾਰ ਕਾਰਜ ਆ, ਦੁਨੀਆ ਕਾਰਜ ਆ, ਜਗਤ ਕਾਰਜ ਆ, ਤੇ ਪਰਮੇਸ਼ਰ ਕੀ ਆ? ਕਾਰਨ ਆ। ਜਾਂ ਇਹ ਜਗਤ ਦਾ ਕਾਰਨ ਮਾਇਆ ਵਾ, ਮਾਇਆ ਦਾ ਕਾਰਨ ਕੀ ਆ? ਪਰਮੇਸ਼ਰ। ਇਸ ਕਰਕੇ ਮੁੱਢ ਕੀ ਹੋ ਗਿਆ? ਸਾਡਾ ਪਰਮੇਸ਼ਰ ਹੀ ਹੋ ਗਿਆ। ਇਸ ਤਰ੍ਹਾਂ ਕਾਰਨ ਕਾਰਜ। ਕਿਉਂਕਿ
ਜਿਹੜਾ ਕਾਰਨ ਕਾਰਜ ਰਾਸ, ਜਿਹੜਾ ਨਾ ਵਕਤੀ ਆ ਉਹੀਓ ਸਾਰੀ ਪਰਮਾਤਮਾ ਦੀ ਸ਼ਕਤੀ ਆ, ਕਾਰਨ ਆ, ਤੇ ਕਾਰਜ ਦੁਨੀਆ ਵੀ ਪਰਮੇਸ਼ਰ ਦਾ ਹੀ, ਦੁਨੀਆ ਦਾ ਕਾਰਨ ਵੀ ਪਰਮੇਸ਼ਰ ਹੀ ਆ। ਕਾਰਜ ਰਾਸ, ਕਾਰਜ ਰਾਸ, ਰਾਸ ਕਹੀਏ ਸਾਰੇ ਕਾਰਜ ਦਾ ਕਾਰਨ ਕੀ ਆ? ਪਰਮੇਸ਼ਰ ਹੀ ਆ, ਕਾਲ ਹੀ ਆ। ਸਮਝੋ ਕਾਲ ਪਰਮੇਸ਼ਰ ਦਾ ਨਾਮ ਹੀ ਹੈ। ਸਕਲ ਕਾਲ ਕਾ ਕੀਆ ਤਮਾਸਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਸ ਪ੍ਰਕਾਰ ਕਾਰਨ ਦੀ ਜਿਹੜੀ ਗੱਲ ਕਰ ਰਹੇ, ਮਤਲਬ ਕਾਲ ਮਿੱਤਰ ਵਿਗ੍ਰਹਿ ਕਰੇ, ਕਿ ਕਾਲ ਜਿਹੜਾ ਵਾ ਸਮਾਂ ਹੀ ਦੋਸਤਾਂ ਵਿੱਚ ਫੁੱਟ ਭਾਵ ਵਿਗਾੜ ਵਿਛੋੜਾ ਕਰਾ ਦਿੰਦਾ। ਕਿਉਂਕਿ ਜਦੋਂ ਬੁਰਾ ਸਮਾਂ ਆਉਂਦਾ, ਖੋਟਾ ਵੇਲਾ ਆਉਂਦਾ, ਪਿਆਰੇ ਪਿਆਰੇ ਮਿੱਤਰ ਵੀ ਵੈਰੀ ਬਣ ਜਾਂਦੇ ਆ, ਨੱਠ ਜਾਂਦੇ ਆ। ਤੇ ਜਦੋਂ ਸਮਾਂ ਹੀ ਆਉਂਦਾ ਚੰਗਾ, ਉਹ ਕਿਸਮਤ ਦੀ ਚੰਗੇ ਦਿਨ ਆਉਂਦੇ ਆ ਤੇ ਵੈਰੀਆਂ ਦਾ ਨਾਸ ਹੋ ਜਾਂਦਾ। ਹਾਂਜੀ, ਤੇ ਕਾਲ ਪੱਖ ਪੰਡਤ ਕਰੇ, ਤੇ ਸਮਾਂ ਹੀ ਪੱਖ ਕਰਕੇ ਜਿਹੜਾ ਇੱਥੇ ਇਵੇਂ ਅਰਥ ਵੀ ਲੱਗ ਜਾਂਦਾ, ਸਮਾਂ ਹੀ ਪੱਖ ਕਰਕੇ ਨਾ ਪੰਡਿਤ ਕਰੇ, ਵਿਦਵਾਨ ਕਰ ਦਿੰਦਾ ਅਨਪੜ੍ਹ ਨੂੰ। ਸਮਾਂ ਹੀ ਕਰਦਾ ਜਦੋਂ ਪਰਮੇਸ਼ਰ ਦੀ ਮਿਹਰ ਹੋਣੀ ਹੋਵੇ। ਤੇ ਇਸ ਪ੍ਰਕਾਰ ਜਿਹੜਾ ਕਾਰਜ ਰਾਸ, ਸਾਰੇ ਕਾਰਜਾਂ ਦਾ ਕਾਰਨ ਕੀ ਆ? ਪਰਮੇਸ਼ਰ ਆ, ਕਾਲ ਆ, ਉਹ ਸਭ ਆਪਣੇ ਹਿਸਾਬ ਦੇ ਨਾਲ ਠੀਕ ਕਰ ਦਿੰਦਾ। ਇੱਥੇ ਹੋਰ ਵੀ ਕਈ ਅਰਥ ਜਿਹੜਾ ਪਾਠ ਕਰ ਲੈਂਦੇ ਆ, ਵੀ ਦੂਸਰਾ ਪਾਠ ਤੇ ਇਹ ਵੀ ਹੈਗਾ, ਕਾਲ ਖੇਤ ਪੰਡਤ ਕਰੈ। ਹਾਂਜੀ, ਜਿੱਥੇ ਕਾਲ ਪੱਖ ਪੰਡਤ ਕਰੇ ਨਾ, ਇੱਥੇ ਦੂਸਰਾ ਪਾਠ ਆ, ਕਾਲ ਖੇਤ ਪੰਡਤ ਕਰੇ। ਖੇਤ ਖੱਖੇ ਲਾਵਾਂ ਤੱਤੇ ਸਿਆਰੀ, ਵੀ ਸਮਾਂ ਜਿਹੜਾ ਨਾ ਉਹ ਪੰਡਤ ਵਿਦਵਾਨਾਂ ਤੋਂ ਖੇਤ ਕਹੀਏ ਖੇਤੀਆਂ ਕਰਵਾ ਦਿੰਦਾ। ਉਹ ਆਉਂਦਾ ਹੀ ਹੈ ਜਦੋਂ ਨਾਨਕ ਪ੍ਰਕਾਸ਼ ਆਰੰਭ ਹੁੰਦਾ, ਵੀ ਇਸ ਤਰ੍ਹਾਂ ਉਲਟੀ ਗੰਗਾ ਵਹਿ ਗਈ ਸੀ। ਪੰਡਤ ਲੋਕ ਆਪਣਾ ਛੱਡ ਕੇ ਕਾਰਜ ਪੜ੍ਹਾਉਣ ਦਾ, ਜਗ ਜੁਗ ਕਰਾਉਣ ਦਾ, ਤੇ ਇਹੀ ਲੱਗ ਪਏ ਸਨ ਵੈਸਾਂ ਵਾਲੇ ਕੰਮ ਕਰਨੇ। ਜਿਹੜੇ ਖੱਤਰੀ ਉਹ ਬ੍ਰਾਹਮਣਾਂ ਵਾਲੇ, ਇੱਦਾਂ ਕੰਮ ਹੋ ਗਿਆ ਸੀ। ਕਾਲ ਖੇਤ ਪੰਡਿਤ ਕਰੈ, ਭਾਵ ਸਮਾਂ ਵਕਤ ਹੀ ਪੰਡਤ ਵਿਦਵਾਨਾਂ ਕੋਲ ਖੇਤੀਆਂ ਕਰਵਾ ਦਿੰਦਾ। ਇੱਕ ਹੋਰ ਪਾਠ ਵੀ ਇਹਦਾ ਹੈਗਾ, ਕਾਲ ਖੇਤ ਖੰਡਿਤ ਕਰੈ। ਆਂਦੇ ਸਮਾਂ ਹੀ ਨਾ ਜਿਹੜਾ ਉਹ ਖੇਤ ਨਾਮ ਯੁੱਧ ਦਾ ਹੁੰਦਾ, ਜੰਗ ਦੇ ਮੈਦਾਨ ਦਾ ਹੁੰਦਾ। ਜੰਗ ਦੇ ਮੈਦਾਨ ਨੂੰ ਜਿਹੜਾ ਨਾ ਖੰਡਿਤ ਨਾਸ ਕਰ ਦਿੰਦਾ। ਯੁੱਧ ਦੇ ਮੈਦਾਨ, ਸਮਾਂ ਹੀ ਯੁੱਧ ਦੇ ਮੈਦਾਨ ਵੀ ਖਾਲੀ ਦੇ ਖਾਲੀ ਖੰਡਿਤ ਕਹੀਏ ਨਾਸ ਕਰ ਦਿੰਦਾ। ਖੇਤ ਨਾਮ ਖੇਤੀਆਂ ਦਾ ਵੀ ਹੈ, ਵੀ ਕਾਲ ਹੀ ਜਿਹੜਾ ਕਾਲ ਦਾ ਸਮਾਂ ਹੀ ਖੇਤੀਆਂ ਨੂੰ ਖੰਡਿਤ ਕਰੇ, ਖੇਤੀਆਂ ਨੂੰ ਨਾਸ ਕਰ ਦਿੰਦਾ। ਮਤਲਬ ਸਾਰੀ ਗੱਲ ਸਕਲ ਕਾਲ ਕਾ ਕੀਆ ਤਮਾਸਾ, ਇੱਥੋਂ ਸਮਝ ਲੈਣਾ, ਇਹੀ ਇਹਦਾ ਅਰਥ ਸਮਝ ਲੈਣਾ ਹੈ ਕਿ ਸਾਰਾ ਕਾਲ ਦਾ ਤਮਾਸ਼ਾ, ਸਮੇਂ ਨਾਲ ਹੀ ਸਭ ਕੁਝ ਹੈ, ਸਮੇਂ ਨਾਲ ਹੀ ਥਾਪੇ ਜਾਂਦੇ। ਖਿਨ ਮੈਂ ਥਾਪੋ ਥਾਪਦਾ, ਤਿਸ ਬਿਨ ਨਹੀਂ ਕੋਈ। ਇਸ ਪ੍ਰਕਾਰ ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ। ਪਰਮੇਸ਼ਰ ਸਮੇਂ ਨਾਲ ਸਭ ਕੁਝ ਕਰ ਦਿੰਦਾ। ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਮਤਲਬ ਸਮੇਂ ਨਾਲ ਸਾਰਾ ਕੁਝ ਵਾਹਿਗੁਰੂ ਕਰ ਦਿੰਦਾ। ਹੁਣ ਅੱਗੇ ਹੋਰ ਕਾਲ ਬਾਰੇ ਖੋਲਣਗੇ। ਕਾਲ ਸ੍ਰਿਸ਼ਟ ਉਤਪਤ ਕਰੈ, ਵੇਖੋ ਸਮੇਂ ਵਿੱਚ ਹੀ ਜਿਹੜਾ ਪ੍ਰਭੂ ਆ ਉਹ ਸਾਰੀ ਸ੍ਰਿਸ਼ਟੀ ਦੀ ਉਤਪਤੀ ਪੈਦਾਇਸ਼ ਕਰੇ ਕਹੀਏ ਕਰਦਾ ਹੈ। ਜਾਂ ਵੀ ਕਾਲ ਸਮਾਂ ਵਕਤ ਹੀ, ਉਹ ਇੱਕ ਸਮਾਂ ਹੀ ਹੁੰਦਾ ਨਾ ਜਿੱਦਾਂ ਪੈਦਾ ਹੁੰਦਾ ਸ੍ਰਿਸ਼ਟੀ। ਸਮਾਂ ਹੀ ਦੁਨੀਆ ਨੂੰ ਉਤਪਤ
ਪੈਦਾ ਕਰਦਾ, ਸ੍ਰਿਸ਼ਟੀ ਨੂੰ ਬਣਾਉਂਦਾ। ਖਪੈ ਕਾਲ ਕੈ ਮਾਹੈ, ਤੇ ਸਮੇਂ ਵਿੱਚ ਹੀ ਜਿਹੜੀ ਸ੍ਰਿਸ਼ਟੀ ਦੁਨੀਆ ਖਪ ਜਾਂਦੀ ਆ, ਨਾਸ ਹੋ ਜਾਂਦੀ। ਸਮੇਂ ਦੇ ਕਾਲ ਕੈ ਭਾਵ ਸਮੇਂ ਦੇ ਵਿੱਚ ਹੀ ਨਾ ਇਹ ਜਿਹੜੀ ਸ੍ਰਿਸ਼ਟੀ ਆ ਖਪ ਜਾਂਦੀ, ਨਾਸ ਹੋ ਜਾਂਦੀ। ਖਪੇ ਕਾਲ ਕੇ ਮਾਹੇ, ਇੱਥੇ ਕੱਕੇ ਲਾਵਾਂ ਪਾਠ ਆ, ਕੇ ਕਰਨਾ, ਕੈ ਨਹੀਂ ਕਰਨਾ, ਗਲਤੀ ਨਾ ਹੋ ਗਿਆ। ਖਪੈ ਕਾਲ ਕੇ ਮਾਹੇ, ਕੇ ਅਰਥ ਉਹਦਾ ਅਰਥ ਦੇ ਆ, ਕਾਲ ਦੇ ਵਿੱਚ ਹੀ ਨਾਸ ਹੋ ਜਾਂਦੀ ਹੈ ਸ੍ਰਿਸ਼ਟੀ। ਜਾਂ ਕਾਲ ਕੈ ਜੇ ਪਾਠ ਹੋ ਜੇ ਨਾ ਦਲਾਵਾਂ ਨਾਲ, ਫਿਰ ਕਹਿਣਾ ਵੀ ਕਾਲ ਕਰਕੇ ਇਹ ਜਿਹੜੀ ਸ੍ਰਿਸ਼ਟੀ ਆ ਉਹ ਖਪਿਆ ਕਹੀਏ ਨਾਸ ਹੋ ਜਾਂਦੀ ਹੈ। ਕਾਲ ਦੇ ਵਿੱਚ ਸਮੇਂ ਕਰਕੇ ਹੀ ਸ੍ਰਿਸ਼ਟੀ ਨਾਸ ਹੋ ਜਾਂਦੀ। ਸੋਵੈ ਜਾਗੈ ਕਾਲ ਮੈਂ, ਇਹ ਜੀਵ ਜਿਹੜਾ ਵਾ ਇਹ ਸੌਂਦਾ, ਸੌਵੇ ਕਹੀਏ ਸੌਂਦਾ, ਤੇ ਜਾਗੇ ਕਹੀਏ ਜਾਗਦਾ, ਕਾਲ ਵਿੱਚ ਹੀ ਆ, ਸਮੇਂ ਵਿੱਚ ਹੀ ਆ। ਕਾਲ ਮੈਂ ਪਾਠ ਆ, ਕਈ ਥਾਵਾਂ ਤੇ ਮਹਿ ਕੀਤਾ, ਮਹਿ ਦਾ ਅਰਥ ਵੀ ਵਿੱਚ ਹੀ ਹੁੰਦਾ, ਤੇ ਮਮੇ ਦਲਾਵਾਂ ਪਾਠ ਦੇ ਮੈਂ ਦੇ ਨਾਲ ਹੀ ਵਿੱਚ ਹੀ ਹੁੰਦਾ। ਭਾਵ ਜੀ ਸਮੇਂ ਵਿੱਚ ਹੀ ਜਾਗਦਾ ਤੇ ਸਮੇਂ ਵਿੱਚ ਹੀ ਸੌਂਦਾ। ਮੁੱਖ ਪਾਠ ਮਮੇ ਦਲਾਵਾਂ ਨਾਲ ਲਾਉਣਾ, ਕਾਲ ਮੈਂ, ਠੀਕ ਆ। ਮਹਿ ਪਾਠ ਵੀ ਉਹ ਦੂਜਾ ਪਾਠ ਹੈ। ਕਾਲ ਛੋੜਤਾ ਨਾਹੀਂ, ਇਹ ਜਿਹੜਾ ਸਮਾਂ ਵਾ, ਵਕਤ ਆ, ਕਿਸੇ ਦਾ ਪਿੱਛਾ ਨਹੀਂ ਛੱਡਦਾ। ਤਕਰੀਬਨ ਜੋ ਕੁਝ ਆਪਾਂ ਕਰ ਰਹੇ ਹਾਂ ਬਿਲਕੁਲ ਕਾਲ ਦੇ ਵਿੱਚ ਹੀ ਕਰ ਰਹੇ ਹਾਂ। ਕਾਲ ਹੀ ਹੈ। ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਨੇ ਕਾਲ ਦੀ ਬੜੀ ਵਿਆਖਿਆ ਕੀਤੀ ਪਹਿਲੇ ਅਧਿਆਇ ਵਿੱਚ। ਕਾਲ ਪਾਏ ਸੁਰ ਨਰ ਅਸੁਰ, ਹੋਰ ਖੋਲਣ ਲੱਗੇ ਕਾਲ ਬਾਰੇ। ਕਹਿੰਦੇ ਵੇਖੋ ਸਮਾਂ ਪਾ ਕੇ ਹੀ ਤੇ ਵਕਤ ਪਾ ਕੇ ਹੀ ਜਿਹੜੇ ਦੇਵਤੇ ਆ, ਨਰ ਕਹੀਏ ਮਨੁੱਖ ਆ, ਅਸੁਰ ਕਹੀਏ ਰਾਖਸ਼ ਤੈਂਤ ਲੋਕ ਆ, ਇਹ ਸਾਰੇ ਸਮਾਂ ਪਾ ਕੇ। ਨਾਗ ਲੋਕ ਸਭ ਜੀਵ, ਨਾਗ ਲੋਕ ਭਾਵ ਪਤਾਲ ਦੇ ਵਾਸੀ ਜੀਵ, ਹਾਂਜੀ ਸਭ ਜੀਵ, ਤੇ ਮਾਤ ਲੋਕ ਦੀ ਧਰਤੀ ਤੇ ਰਹਿਣ ਵਾਲੇ ਸਾਰੇ ਜੀਵ, ਸਾਰੇ ਜੀ ਜੰਤ। ਨਾਗ ਲੋਕ, ਨਾਗ ਲੋਕ ਭਾਵ ਪਤਾਲ ਦੇ ਲੋਕ, ਹਾਂਜੀ। ਜਿਹੜਾ ਨਾਗ ਲੋਕ ਸੱਪਾਂ ਦਾ ਦੇਸ਼ ਆ ਉਹ ਪਤਾਲ 'ਚ ਹੀ ਆ, ਹਾਂਜੀ। ਜਾਂ ਆਪਣੇ ਧਰਤੀ ਦਾ ਜਿਹੜਾ 50ਵਾਂ ਕਰੋੜਵਾਂ ਹਿੱਸਾ, 49 ਕਰੋੜ ਵੱਖਰੀ, ਇੱਕ ਜਿਹੜਾ 1 ਕਰੋੜ ਹਿੱਸਾ ਨਾ ਜਿਹੜੀ ਤਾਂਬੇ ਦੀ ਧਰਤੀ ਆ, ਤੇ ਤਸਕਰ ਜੋ ਨਾਮ ਨਾਲ ਲੈ ਹੈ ਵਾਸਿਆ ਕੋਟ ਪੰਜਾਸਾ, ਉੱਥੇ ਨਾਗ ਲੋਕ ਰਹਿੰਦੇ, ਨਾਗਾਂ ਦਾ ਦੇਸ਼, ਸੱਪ ਰਹਿੰਦੇ। ਤੇ ਸਭ ਜੀ ਸਾਰੇ ਜੀਵ, ਇਹ ਸਾਰੇ ਜੀਵ ਸਮਾਂ ਪਾ ਕੇ ਹੋਂਦ ਵਿੱਚ ਆਏ, ਸਮਾਂ ਪਾ ਕੇ ਪੈਦਾ ਹੋਏ, ਸਮਾਂ ਪਾ ਕੇ ਰਹਿ ਰਹੇ, ਸਮਾਂ ਪਾ ਕੇ ਖਤਮ ਹੋ ਜਾਣਗੇ। ਕਾਲ ਪਾਏ ਉਤਪਤ ਖਪਤ, ਕਾਲ ਪਾ ਕੇ ਹੀ, ਸਮਾਂ ਪਾ ਕੇ ਹੀ ਉਪਰੋਕਤ ਜਿਹੜੇ ਉੱਪਰ ਦੱਸੇ ਆ, ਸੁਰ ਨਰ ਅਸੁਰ ਨਾਗ ਲੋਕ ਸਾਰੇ ਜੀਵ, ਇਹ ਸਮਾਂ ਪਾ ਕੇ ਹੀ ਉਤਪਤ ਕਹੀਏ ਪੈਦਾ ਹੋਏ ਆ, ਖਪਤ ਕਹੀਏ ਇਹ ਨਾਸ ਹੁੰਦੇ ਆ, ਠੀਕ ਹੈ ਜੀ। ਸਮਾਂ ਪਾ ਕੇ ਖਤਮ ਹੋ ਜਾਂਦੇ। ਕਾਲ ਜਗਤ ਕੋ ਸੀਵ, ਇਹ ਕਾਲ ਸਮਾਂ ਵਕਤ ਹੀ ਸਾਰੇ ਜੀਵਾਂ ਦੀ, ਜਗਤ ਦੇ ਜੀਵਾਂ ਦੀ, ਤੇ ਜਗਤ ਕੋ ਜਗਤ ਦੀ ਜਿਹੜੀ ਸੀਵ, ਸੀਵ ਕਹੀਏ ਸੀਮਾ ਹੈ। ਜਗਤ ਕੋ, ਜਗਤ ਦਾ, ਕੋ ਦਾ ਅਰਥ ਦਾ ਲਾਉਣਾ, ਵੀ ਕਾਲ ਹੀ ਸਮਾਂ ਹੀ ਜਗਤ ਦਾ, ਸੀਵ ਕਹੀਏ ਹੱਦ ਹੈ, ਸੀਵ ਕਹੀਏ ਸੀਮਾ ਹੈ, ਸੀਵ ਕਹੀਏ ਬੰਨਾ ਹੈ। ਮਤਲਬ ਕਾਲ ਤੋਂ ਬਾਹਰ ਨਹੀਂ ਆ, ਜਿੰਨਾ ਵੀ ਕੁਝ ਪੈਦਾ ਹੋਇਆ ਸਮੇਂ ਵਿੱਚ ਹੀ। ਕਾਲ ਜਗਤ ਕੋ ਗ੍ਰਸਤ ਹੈ, ਇਹ ਕਾਲ ਸਮਾਂ ਹੀ ਜਗਤ ਕੋ ਕਹੀਏ ਸੰਸਾਰ ਨੂੰ ਗ੍ਰਸਤ ਹੈ, ਨਿਗਲ ਲੈਂਦਾ, ਗ੍ਰਸ ਲੈਂਦਾ, ਖਾਂਦਾ ਹੈ,
ਕਾਲੀ ਸਮਾਂ ਹੀ ਸੰਸਾਰ ਨੂੰ ਗ੍ਰਸਤਦਾ ਹੈ, ਨਿਕਲਦਾ ਹੈ, ਖਾਂਦਾ ਹੈ। ਜਗ ਕੋ ਕਲਪਤ ਕਾਲ ਅਤੇ ਜਗ ਕੋ ਜਗਤ ਨੂੰ ਹੀ ਇਹ ਜਿਹੜਾ ਕਾਲ ਸਮਾਂ ਹੈ ਉਹ ਕਲਪਤ ਕਹੀਏ ਰਚਨਾ ਕਰਦਾ ਹੈ, ਕਲਪਤ ਕਹੀਏ ਬਣਾਉਂਦਾ ਹੈ। ਠੀਕ ਹੈ ਜੀ, ਕਲਪਤ ਕਹੀਏ ਕਲਪਨਾ ਕਰਦਾ। ਜਗਤ ਕੋ ਸੰਸਾਰ ਨੂੰ ਹੀ ਕਲਪਨਾ ਰਚਨਾ ਵੀ ਕਾਲ ਸਮਾਂ ਹੀ ਕਰਦਾ। ਉਤਪਤੀ ਪਾਲਣਾ ਲੈ ਤਾਂ ਕਾਲ ਹੀ ਕਰਨ ਡਿਆ, ਕਾਲ ਵਿੱਚ ਹੀ ਹੋਣ ਡਿਆ। ਹਾਂਜੀ, ਤੇ ਉਹ ਕਾਲ ਕਿਹਦੇ ਵਾਸਤੇ? ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ। ਜਿਹੜਾ ਮਹਾਕਾਲ ਜਿਹੜਾ ਸਾਰਿਆਂ ਨੂੰ ਖਾਈ ਜਾਂਦਾ, ਜਿਹੜਾ ਉਹਨੂੰ ਵੀ ਖਾ ਲੈਣ ਵਾਲਾ, ਨਿਗਲ ਲੈਣ ਵਾਲਾ, ਉਹ ਪਰਮੇਸ਼ਰ ਹੀ ਆ। ਭਾਵ ਪ੍ਰਭੂ ਦੇ ਹੁਕਮ ਵਿੱਚ ਹੀ ਸੰਸਾਰ ਨਾਸ ਹੁੰਦਾ, ਗਰਸਿਆ ਜਾਂਦਾ, ਤੇ ਉਹਦੀ ਕਲਪਨਾ ਰਚਨਾ ਨਾਲ ਹੀ ਸੰਸਾਰ ਪੈਦਾ ਹੁੰਦਾ। ਗਿਆਨ ਯੋਗ ਵੀ ਕਾਲ ਦੇ ਆਪਣੇ ਜਿਹੜਾ ਪਰਮਾਪੇ ਦੀ ਜਾਣਕਾਰੀ ਤੇ ਭਗਤੀ ਯੋਗ ਦਾ, ਭਗਤੀ ਯੋਗ ਜਾਂ ਹਠ ਯੋਗ ਵੀ ਕਾਲ ਹੀ ਦਿੰਦਾ ਹੈ, ਦੇਦ ਅਰਥ ਦਿੰਦਾ ਹੈ। ਗਿਆਨ ਕਿਹੜਾ? ਕਿ ਬੋਧ, ਜਾਣਕਾਰੀ ਕਾਹਦੀ? ਆਪਣੇ ਸਰੂਪ ਦੀ, ਆਪਣੇ ਸਰੂਪ ਦਾ ਗਿਆਨ ਤੇ ਯੋਗ। ਯੋਗ ਨਾਮ ਭਗਤੀ ਦਾ, ਭਾਵ ਭਗਤੀ ਯੋਗ ਅਥਵਾ ਹਠ ਯੋਗ ਦੋ ਪ੍ਰਕਾਰ ਦਾ ਯੋਗ ਹੈ। ਇੱਕ ਸਹਿਜ ਯੋਗ ਵੀ ਹੈਗਾ। ਇਹ ਜਿਹੜੇ ਵੀ ਯੋਗ ਹੈਗੇ ਆ, ਯੋਗ ਵੀ ਦਾ ਅਰਥ ਵੀ, ਇਹ ਜਿਹੜੇ ਯੋਗ ਆ, ਹਠ ਯੋਗ, ਸਹਿਜ ਯੋਗ, ਭਗਤੀ ਯੋਗ ਵੀ ਕਾਲ ਸਮਾਂ ਹੀ ਦਿੰਦਾ, ਭਾਵ ਸਮੇਂ ਦੇ ਵਿੱਚ ਹੀ ਪ੍ਰਾਪਤ ਹੁੰਦੇ। ਹਾਂਜੀ, ਗਿਆਨ ਹੋਣ ਲੱਗਿਆ ਥੋੜਾ ਸਮਾਂ ਲੱਗਦਾ, ਉਹ ਵੀ ਇੱਕ ਸਮਾਂ ਹੀ ਹੈ, ਭਾਵੇਂ ਛੇਤੀ ਹੋ ਜਾਏ ਭਾਵੇਂ ਟਾਈਮ ਲੱਗੇ, ਹੈ ਤੇ ਸਮੇਂ ਵਿੱਚ ਹੀ ਹੋਇਆ ਨਾ। ਇਹੀ ਕਹਾਂਗੇ ਮੈਂ ਥੋੜੇ ਸਮੇਂ 'ਚ ਹਠ ਯੋਗ ਕਰ ਲਿਆ, ਮੈਂ ਭਗਤੀ ਯੋਗ ਥੋੜਾ ਸਮਾਂ ਹੀ ਕੀਤਾ, ਮੈਨੂੰ ਪ੍ਰਾਪਤੀ ਹੋ ਗਈ। ਮੈਂ ਆਤਮਾ ਦਾ ਗਿਆਨ ਥੋੜੇ ਸਮੇਂ ਵਿੱਚ ਹੀ ਮੈਨੂੰ ਹੋ ਗਿਆ, ਜਾਂ ਬੜੇ ਯੁੱਗਾਂ ਦੀ ਭਗਤੀ ਕਰਦਿਆਂ ਬਹੁਤਾ ਸਮਾਂ ਹੋ ਗਿਆ ਤਾਂ ਹੋ ਗਿਆ। ਮਤਲਬ ਇਹ ਸਮੇਂ ਵਿੱਚ ਹੀ ਪ੍ਰਾਪਤ ਹੁੰਦਾ। ਕਾਲ ਕਰੇ ਪ੍ਰਤਪਾਲ, ਸਮੇਂ ਵਿੱਚ ਹੀ ਇਹ ਕਾਲ ਹੀ ਸਭ ਦੀ ਪ੍ਰਤਪਾਲਣਾ ਕਰਦਾ, ਅਥਵਾ ਕਾਲ ਦਾ ਜੋ ਕਾਲ ਪਰਮੇਸ਼ਰ ਆ, ਉਹ ਹੀ ਪਰਮੇਸ਼ਰ ਸਮੇਂ ਦੇ ਵਿੱਚ ਪ੍ਰਤਪਾਲਣਾ ਕਰਦਾ। ਦੋ ਪੱਖ ਨਾਲ ਅਰਥ ਇੱਥੇ ਲੱਗ ਸਕਦਾ, ਪਰ ਆਪਾਂ ਇੱਥੇ ਨਾ ਵਿਸਥਾਰ ਨਹੀਂ ਕਰਦੇ। ਗੁਰੂ ਸਾਹਿਬ ਜੀ ਨੇ ਚੌਪਈ ਸਾਹਿਬ 'ਚ ਲਿਖਿਆ, ਕਾਲ ਪਾਏ ਬ੍ਰਹਮਾ ਅਵਤਾਰਾ। ਇੱਥੋਂ ਹੀ ਥੋੜਾ ਪੱਖ ਇੱਥੋਂ ਹੀ ਲੈ ਲਓ ਤੁਸੀਂ, ਜੇ ਅਰਥ ਤੁਹਾਡੀ ਇੱਛਾ ਵੇ ਲਾਉਣ ਦੀ ਸਾਰਾ, ਤੇ ਦੂਜੀ ਪਿੱਛੇ ਭਾਵ ਕਾਲ ਕਹੀਏ ਪਰਮੇਸ਼ਰ। ਅੰਤ ਕਤ ਜਗ ਕੋ ਸਭ ਕਾਲਾ, ਨਾਮ ਕਾਲ ਤਾਤੇ ਜਗ ਡਾਲਾ। ਤੇ ਸਾਰਿਆਂ ਦਾ ਨਾਮ ਕਾਲ ਕਰਦਾ ਜੋ ਪਰਮੇਸ਼ਰ, ਇਸ ਕਰਕੇ ਉਹਦਾ ਇੱਕ ਨਾਮ ਕਾਲ ਵੀ ਹੈ। ਠੀਕ ਹੈ ਜੀ, ਮਤਲਬ ਪਿੱਛੇ ਜਿਹਨੇ ਅਰਥ ਕੀਤੇ ਪਰਮੇਸ਼ਰ ਦੇ ਸੰਬੰਧ ਵਿੱਚ ਵੀ ਲੱਗ ਜਾਂਦੇ, ਸਮੇਂ ਦੇ ਸੰਬੰਧ ਵਿੱਚ ਵੀ ਲੱਗ ਜਾਂਦੇ। ਤੇ ਕਾਲ ਪਾਏ ਬ੍ਰਹਮਾ ਅਵਤਾਰਾ, ਭਾਵ ਸਮਾਂ ਪਾ ਕੇ ਬ੍ਰਹਮਾ ਸਰੀਰ ਧਾਰਦਾ ਵਕਤ ਵਿੱਚ ਹੀ, ਅਥਵਾ ਵੀ ਕਾਲ ਜੋ ਪਰਮੇਸ਼ਰ ਉਹਦੀ ਆਗਿਆ ਪਾ ਕੇ ਬ੍ਰਹਮਾ ਸਰੀਰ ਧਾਰਦਾ। ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਰ ਘਾਤ ਕੀਆ ਤਮਾਸ਼ਾ। ਸਾਰਾ ਭਾਵ ਪਰਮੇਸ਼ਰ ਦਾ ਹੀ ਇਹ ਤਮਾਸ਼ਾ ਕੀਤਾ ਹੋਇਆ, ਖੇਲ ਕੀਤਾ ਹੋਇਆ, ਜਗਤ ਖੇਲ, ਸ੍ਰਿਸ਼ਟੀ ਖੇਲ। ਤੇ ਸਤਿਗੁਰੂ ਆਪਣਾ ਮਹਾਰਾਜ ਦਸਮ ਗ੍ਰੰਥ ਸਾਹਿਬ 'ਚ ਵੀ ਕਹਿੰਦੇ, ਕਰੀ ਲੋਹ ਕਲਮ ਲਿਖਿਓ ਲੇਖ ਮਾਥੰ, ਸਵੈ ਜੇਰ ਕੀਨੇ ਬਲੀ ਕਾਲ ਹਾਥੰ। ਕਈ ਮੇਟ ਡਾਰੇ ਉਸਾਰੇ ਬਣਾਏ, ਉਪਾਰੇ ਗੜੇ ਫਿਰ ਮੇਟੇ ਉਪਾਏ। ਕਰਿਆ ਕਾਲ ਜੂ ਕੀ ਕਿਨੂੰ ਨਾ ਪਛਾਨੀ, ਘਨਿਓ ਪੈ ਬਿਹੈ ਹੈ ਘਨਿਓ ਪੈ ਬਿਹਾਨੀ। ਬਹੁਤਿਆਂ ਤੇ ਬਤੀਤ ਹੋ ਗਿਆ, ਬਹੁਤਿਆਂ ਨੂੰ ਤੇ ਇਹਨੇ ਸਮੇਟ ਲਿਆ, ਘਨਿਓ ਪੈ ਬਿਹਾਨੀ, ਬਹੁਤਿਆਂ ਤੇ ਬੀਤਣਾ ਹੈ ਇਸ ਸਮੇਂ। ਇਹ ਜਿਹੜੀ ਕਾਲ ਦੀ ਪਰਮੇਸ਼ਰ ਦੀ ਕਿਰਿਆ, ਇਹਨੂੰ ਕਿਸੇ ਨੇ ਨਹੀਂ ਪਛਾਣਿਆ, ਵਕਤ ਦੀ ਕਿਰਿਆ ਨੂੰ ਕਿਸੇ ਨੇ ਨਹੀਂ ਪਛਾਣਿਆ। ਪਰਮੇਸ਼ਰ ਦੀ ਅਗਾਧ ਦੀ ਗਤੀ ਆ, ਜਿਵੇਂ ਪੰਡਤ ਗੁਲਾਬ ਸਿੰਘ ਜੀ ਵੀ ਕਹਿੰਦੇ। ਸੋ
ਸੋ ਇਸ ਤਰ੍ਹਾਂ ਤੁਸੀਂ ਸਮਝ ਲੈਣਾ। ਠੀਕ ਹੈ ਜੀ। ਰੋਗ ਦੋਹਰਾ ਰੋਗ ਸੋਗ ਸੰਤਾਪ ਮੈਂ, ਰੋਗ ਕਹੀਏ ਬਿਮਾਰੀ, ਸੋਗ ਕਹੀਏ ਚਿੰਤਾ ਫਿਕਰ, ਸੰਤਾਪ ਕਹੀਏ ਕਲੇਸ਼। ਹਾਂਜੀ। ਦੇਸਾਂਤਰ ਗਤਹੀਣ, ਦੇਸ ਅੰਤਰ ਭਾਵ ਦੇਸ਼ ਅੰਤਰ ਅਥਵਾ ਪ੍ਰਦੇਸ਼ ਵਿੱਚ, ਜਾਂ ਗਤਹੀਣ ਜਦੋਂ ਗਤ ਕਹੀਦਾ ਚਾਲ ਨੂੰ, ਹੀਣ ਕਹੀਦਾ ਰਹਿਤ ਨੂੰ, ਚਾਲ ਤੋਂ ਰਹਿ ਜਾਂ ਚਾਲ ਤੋਂ ਪੈਣਾ ਭਾਵ ਕਿਸੇ ਰੁਕਾਵਟ ਸਮੇਂ। ਇਨ ਕੋ ਦਰਸ ਸੁਹਿਰਦ ਕਾ, ਇਹ ਜਿਹੜੀਆਂ ਮੁਸ਼ਕਲ ਦੀਆਂ ਘੜੀਆਂ ਸਾਰੀਆਂ, ਇਹ ਮੁਸ਼ਕਲ ਦੀਆਂ ਘੜੀਆਂ ਵਿੱਚ ਜੇ ਕਿਤੇ ਇਨ ਕੋ ਭਾਵ ਇਹਨਾਂ ਦਰਸ਼ਨ ਦੀਆਂ ਇਹਨਾਂ ਜਿਹੜੀਆਂ ਘੜੀਆਂ ਦੇ ਵਿੱਚ ਸੁਹਿਰਦ ਆਪਣੇ ਪਿਆਰੇ ਹਿਰਦੇ ਨਾਲ ਪ੍ਰੇਮ ਰੱਖਣ ਵਾਲੇ ਮਿੱਤਰ ਦਾ, ਸੁਹਿਰਦ ਨਾਮ ਹੁੰਦਾ ਪਿਆਰੇ ਮਿੱਤਰ ਦਾ। ਹਾਂਜੀ। ਤੇ ਆਂਦੇ ਵੀ ਇਹ ਤੇ ਸਾਰੀਆਂ ਘੜੀਆਂ ਜਿਹੜੀਆਂ ਇਹਨਾਂ ਕੋ ਇਹਨਾਂ ਸਮਿਆਂ ਨੂੰ, ਇਹ ਜੇ ਸਮੇਂ ਆ ਜਾਣ ਨਾ ਵੀ ਬਿਮਾਰੀ ਲੱਗ ਜਾਵੇ, ਸੋ ਗਮ ਚਿੰਤਾ ਹੋਵੇ, ਸੰਤਾਪ ਕੋਈ ਦੁੱਖ ਪੈ ਜਾਏ, ਇਹ ਦੁੱਖ ਮੈਂ ਕਹੀਏ ਵਿੱਚ ਦੁੱਖ ਵਿੱਚ, ਫਿਰ ਦੇਸਾਂਤਰ ਕਹੀਏ ਜਾਂ ਪ੍ਰਦੇਸ਼ਾਂ ਵਿੱਚ ਧੱਕੇ ਖਾਂਦੇ ਆ। ਹਾਂਜੀ। ਗਤਹੀਣ ਚਾਲ ਆਓ ਕਿਸੇ ਰੁਕਾਵਟ, ਗਤ ਆਪਣੀ ਰੁਕ ਜਾਵੇ, ਚਾਲ ਵਿੱਚ ਰੁਕਾਵਟ ਆ ਜਾਵੇ, ਕਿਸੇ ਆਪਣੇ ਚੱਲਿਆ ਨਾ ਜਾਵੇ, ਚੱਲਣ ਤੋਂ ਬਿਨਾਂ ਮਨੁੱਖ ਹੋਵੇ, ਹੀਣਾ ਹੋਵੇ ਭਾਵ ਲੂਲਾ ਲੰਗਾ ਵਿਚਾਰਾ ਬਿਰਧ ਹੋਵੇ। ਹਾਂਜੀ। ਜਾਂ ਗਤਹੀਣ ਦਾ ਹੁੰਦਾ ਅਰਥ ਵੀ ਜਿਹਦੇ ਕੋਲ ਕੋਈ, ਜਿਹਦੀ ਹਾਲਤ ਕੋਈ ਚੰਗੀ ਨਾ ਹੋਵੇ, ਪਾ ਹਾਲਤ ਤੋਂ ਹੀਣਾ, ਪਦਾਰਥ ਕੁਝ ਵੀ ਨਾ ਹੋਵੇ, ਸਭ ਖਤਮ ਹੋ ਜਾਣ, ਗਰੀਬੀ ਕੰਗਾਲੀ ਆ ਜਾਵੇ। ਇਨ ਕੋ ਦਰਸ ਸੁਹਿਰਦ ਕਾ, ਇਹਨਾਂ ਮੁਸ਼ਕਲ ਦੀਆਂ ਘੜੀਆਂ ਨੂੰ, ਇਹਨਾਂ ਸਮਿਆਂ ਦੇ ਵਿੱਚ ਜੇ ਕੋਈ ਕਹਿੰਦੇ ਸੁਹਿਰਦ ਆਪਣੇ ਪਿਆਰੇ ਦਾ ਦਰਸ ਦੀਦਾਰ ਹੋ ਜਾਵੇ, ਉਹ ਤੇ ਇੰਜ ਪ੍ਰਤੀਤ ਹੁੰਦਾ ਐਵੇਂ ਇਹਦਾ ਸਹਾਰਾ ਮਿਲਦਾ ਪਿਆਰੇ ਆਪਣੇ ਦਾ। ਜੈਸੇ ਜਲ ਕੋ ਮੀਨ, ਜੈਸੇ ਕਹੀਏ ਜਿਸ ਤਰ੍ਹਾਂ, ਜਲ ਕਹੀਏ ਜਲ ਕੋ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਨੂੰ ਪਾਣੀ ਮਿਲ ਜਾਵੇ, ਜਲ ਕੋ ਮੀਨ ਭਾਵ ਜਿਵੇਂ ਮੀਨ ਕੋ, ਇੱਥੇ ਅਰਥ ਇਵੇਂ ਲਾਉਣਾ, ਮੀਨ ਕੋ ਜੈਸੇ ਮੀਨ ਕੋ ਜਲ, ਵੀ ਜਿਸ ਤਰ੍ਹਾਂ ਮੀਨ ਕਹੀਏ ਮੱਛੀ ਨੂੰ ਜਲ ਪ੍ਰਾਪਤ ਹੋ ਜਾਏ ਨਾ, ਪਾਣੀ ਮਿਲ ਜਾਵੇ ਪਿਆਸੀ ਨੂੰ, ਜਿਹੜੀ ਵਿਚਾਰੀ ਬਾਹਰ ਤੁਰੀ ਫਿਰਨ ਦੀ। ਇਹ ਸਮਝ ਲਓ ਉਹ ਜੀਵ ਮੱਛੀ ਆ ਜਿਹੜੇ ਵਿੱਚ ਜਿਹਨੂੰ ਇੰਨੇ ਦੁੱਖ ਪਏ ਹੋਣ, ਜਾਂ ਇੱਕ ਦੁੱਖ ਵੀ ਹੋਵੇ ਤੇ ਉਸ ਸਮੇਂ ਆਪਣਾ ਕੋਈ ਪਿਆਰਾ ਮਿਲ ਜਾਵੇ, ਕਿਦਾ ਭਰਾ ਚੰਗਾ ਕੀਤਾ ਆ ਗਿਆ, ਮੇਰਾ ਵੀ ਬੜਾ ਮਨ ਉਦਾਸ ਸੀ, ਮੈਂ ਵੀ ਰੋਗੀ ਸੀ, ਦੁੱਖ ਪਿਆ ਸੀ, ਆ ਪ੍ਰਦੇਸ਼ ਵਿੱਚ ਕੋਈ ਸਹਾਰਾ ਨਹੀਂ ਸੀ, ਕੰਮ ਸ਼ੁਰੂ ਕੀਤਾ ਰੁਕਾਵਟ ਹੋ ਗਈ ਆ, ਮੈਂ ਗਰੀਬ ਹੋ ਗਿਆ, ਪਦਾਰਥ ਕੋਈ ਨਹੀਂ, ਚੱਲ ਤੂੰ ਚੰਗਾ ਕੀਤਾ ਮਿਲ ਗਿਆ। ਬੜਾ ਵੱਡਾ ਦਰਸ਼ਨ ਦਾ ਲਾਹਾ ਹੁੰਦਾ ਉਦੋਂ। ਜਿਵੇਂ ਮੱਛੀ ਸਾਰੀ ਜਲ ਤੋਂ ਬਾਹਰ ਹੋਵੇ, ਉਹਨੂੰ ਪਾਣੀ ਮਿਲ ਜਾਂਦਾ, ਜੈਸੇ ਕਈ ਜਿਸ ਤਰ੍ਹਾਂ ਬੜੀ ਪ੍ਰਸੰਨ ਹੁੰਦੀ, ਉਹੀ ਹਾਲ ਬੰਦੇ ਨੂੰ ਹੁੰਦਾ, ਉਹਨੂੰ ਵੀ ਖੁਸ਼ੀ ਹੋ ਜਾਂਦੀ ਪਿਆਰੇ ਦੇ ਮਿਲਣ ਨਾਲ, ਮਾਨੋ ਜਲ ਹੀ ਮਿਲ ਗਿਆ ਮੱਛੀ ਨੂੰ। ਦੋਹਰਾ ਤਨ ਸੁਗੰਧ ਪ੍ਰੇ ਬਚਨ, ਇਸਤਰੀ ਦੇ ਸਰੀਰ ਵਿੱਚੋਂ ਕਹਿੰਦੇ ਖੁਸ਼ਬੂ ਆਉਂਦੀ ਹੋਵੇ। ਹਾਂਜੀ। ਪ੍ਰੇ ਬਚਨ, ਫਿਰ ਮਿੱਠੇ ਮਿੱਠੇ, ਪ੍ਰੇ ਕੀਏ ਪਿਆਰੇ ਪਿਆਰੇ ਬਚਨ ਬੋਲਦੀ ਹੋਵੇ। ਅਰ ਸਾਚੀ ਥੋੜਾ ਖਾਏ, ਇਹ ਨਾ ਜਿਹੜਾ ਇਸਤਰੀ ਦੇ ਬਾਰੇ ਦੱਸ ਰਹੇ ਆ ਇਹ ਦੋਰੇ ਵਿੱਚ, ਵੀ ਜਿਸ ਇਸਤਰੀ ਦੇ ਤਨ ਕਹੀਏ ਸਰੀਰ ਵਿੱਚੋਂ ਸੁਗੰਧੀ ਖੁਸ਼ਬੂ ਆਉਂਦੀ ਹੋਵੇ, ਤੇ ਪਿਰੇ ਬਚਨ ਪਿਆਰੇ ਪਿਆਰੇ ਮਿੱਠੇ ਮਿੱਠੇ ਬਚਨ ਬੋਲਦੀ ਹੋਵੇ, ਬੜੀ ਮਿੱਠ ਬੋਲੜੀ ਹੋਵੇ।
ਹਰ ਸਾਚੀ। ਤੀਜਾ ਗੁਣ ਹਮੇਸ਼ਾ ਸੱਚੀ ਹੋਵੇ, ਭਾਵ ਸੱਚ ਹੀ ਬੋਲਦੀ ਹੋਵੇ, ਸੱਚ ਤੇ ਪਹਿਰਾ ਦਿੰਦੀ ਹੋਵੇ। ਥੋੜ੍ਹਾ ਖਾਏ, ਫਿਰ ਥੋੜ੍ਹਾ ਜਿਹਾ ਭੋਜਨ ਖਾਂਦੀ ਹੋਵੇ, ਭਾਵ ਬੜੀ ਸੰਤੋਖਣ ਹੋਵੇ, ਸੰਤੋਖ ਰੱਖਦੀ ਹੋਵੇ। ਬਿਨਾਂ ਵਜ੍ਹਾ ਨਾ ਖਾਂਦੀ ਹੋਵੇ, ਲੋੜ ਪੈਂਦੀ ਹੋਵੇ ਲੋੜ ਮੁਤਾਬਕ ਹੀ ਖਾਵੇ, ਨਹੀਂ ਤੇ ਕਈ ਨੂੰ ਆਦਤ ਹੁੰਦੀ ਬਿਨਾਂ ਵਜ੍ਹਾ ਹੀ ਨਾ ਕੁਝ ਮਿਲੇ ਖਾਣ ਨੂੰ ਤੇ ਚਾਹ ਹੀ ਬਣਾ ਕੇ ਸ਼ੁਰੂ ਕਰ ਲੈਂਦੇ ਕੰਮ। ਥੋੜ੍ਹਾ ਖਾਂਦੀ ਹੋਵੇ। ਨਿਤ ਕਰਤ ਇਸ਼ਨਾਨ ਜੋ, ਫਿਰ ਜਿਹੜੀ ਨਿਤ ਕਹੀਏ ਹਮੇਸ਼ਾ ਹੀ, ਨਿਤਾ ਪ੍ਰਤੀ ਇਸ਼ਨਾਨ ਵੀ ਕਰਦੀ ਹੋਵੇ। ਜੋ ਦਾ ਅਰਥ ਜਿਹੜੀ ਨਿਤਾ ਪ੍ਰਤੀ ਇਸ਼ਨਾਨ ਕਰਦੀ ਹੋਵੇ, ਨਹਾਉਂਦੀ ਹੋਵੇ, ਉਹ ਦੇਵਤਾ ਸੁਭਾਏ। ਵਾਵੇ ਔਂਕੜ ਆਹਾ ਉਹ ਪਾਠ ਏਦਾਂ। ਉਹ ਤੇ ਕਹਿੰਦੇ ਇਸਤਰੀ ਦੇਵਤਿਆਂ ਵਰਗਾ ਨਰਮ ਸੁਭਾਅ ਰੱਖਦੀ ਆ, ਜਾਂ ਐਵੇਂ ਬਹੁਤ ਦੇਵਤਾ ਸੁਭਾਏ ਵੀ ਉਹ ਜਿਹੜੀ ਇਸਤਰੀ ਆ ਨਾ ਭਾਈ ਦੇਵਤਿਆਂ ਦੇ ਸੁਭਾਅ ਕਹੀਏ ਸੁਭਾਅ ਵਾਲੀ, ਸ੍ਰੇਸ਼ਟ ਭਾਏ ਭਾਵਨਾ ਵਾਲੀ, ਸ੍ਰੇਸ਼ਟ ਭਾਈ ਸ਼ਰਧਾ ਵਾਲੀ ਜਾਣਨਾ ਕਰੋ। ਹਾਂਜੀ, ਇਹ ਚਲੋ ਜਿਹੜੇ ਦੋਹਰੇ ਦੇ ਅਰਥ ਨਾ ਇਸਤਰੀ ਤੇ ਭਾਵੇਂ ਲੱਗੇ ਆ, ਪਰ ਇਕੱਲੇ ਇਸਤਰੀ ਤੇ ਨਹੀਂ ਲੱਗੇ। ਇਹ ਤੇ ਹਰੇਕ ਮਨੁੱਖ ਨੂੰ ਧਾਰਨ ਕਰਨੇ ਚਾਹੀਦੇ ਆ। ਜੋ ਧਾਰਨ ਕਰਦਾ ਉਹ ਸ੍ਰੇਸ਼ਟ ਮਨੁੱਖ ਜਾਣ ਲਓ, ਦੇਵਤਾ ਹੀ ਜਾਣ ਲਓ। ਜੋ ਨਿਤ ਇਸ਼ਨਾਨ ਕਰਦਾ, ਸੱਚੀ ਗੱਲ ਕਰਦਾ, ਥੋੜ੍ਹਾ ਖਾਂਦਾ, ਸਰੀਰ 'ਚ ਸੁਗੰਧੀ ਆਉਂਦੀ, ਪਿਆਰੇ ਬਚਨ ਬੋਲਦਾ, ਬੰਦੇ ਤੇ ਵੀ ਲੱਗ ਹੀ ਜਾਂਦਾ, ਉਹ ਤੇ ਦੇਵਤਾ ਆ। ਦੇਵਤਿਆਂ ਵਾਲਾ ਸੁਭਾਅ ਦਾ ਜਾਣਨਾ ਵਾ ਕਰੋ, ਭਾਵ ਦੇਵਤਾ ਹੀ ਉਤਰ ਆਇਆ ਧਰਤੀ ਤੇ। ਮਹਾਰਾਜ ਨੇ ਜਿਹੇ ਦੇਵਤੇ ਬੰਦੀ ਬਣਾ ਦਿੱਤੇ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਕੋਈ ਦੇਰੀ ਨਹੀਂ ਸੱਚੇ ਪਾਤਸ਼ਾਹ ਨੂੰ ਲੱਗੀ। ਮਾਨ ਵਰਦਨੀ ਸਦਾ ਜੋ। ਹੁਣ ਫਿਰ ਇਸਤਰੀ ਦੇ ਸੰਬੰਧ ਵਿੱਚ, ਜੋ ਇਸਤਰੀ ਆਪਣੇ ਪਤੀ ਦਾ ਸਮਾਜ ਵਿੱਚ ਮਾਣ ਸਤਿਕਾਰ, ਵਰਦਨੀ ਕਹੀਏ ਵਧਾਉਂਦੀ ਹੈ, ਵਧਾਉਣ ਵਾਲੀ ਹੈ। ਮਾਣ ਅਰਥ ਸਤਿਕਾਰ, ਵਰਦਨੀ ਨਾਮ ਵਧਾਉਣ ਵਾਲੀ। ਜੋ ਕਹੀਏ ਜਿਹੜੀ ਇਸਤਰੀ ਜਾਂ ਜੋ ਇਸਤਰੀ ਸਦਾ ਹੀ ਹਮੇਸ਼ਾ ਹੀ ਆਪਣੇ ਪਤੀ ਦਾ ਜਿੱਥੇ ਜਾਵੇ ਉਹਦੀ ਹਾਨੀ ਨਹੀਂ ਕਰਦੀ, ਸਗੋਂ ਮਾਣ ਸਤਿਕਾਰ, ਵਰਦਨੀ ਕਹੀਏ ਵਧਾਉਣਾ ਕਰਦੀ ਹੈ। ਧਰਮ ਸਦਾ ਰਿੱਧ ਮਾਹੇ, ਕਿ ਜਿਸ ਨੇ ਸਦਾ ਹੀ ਹਮੇਸ਼ਾ ਆਪਣੇ ਰਿੱਧ ਕਹੀਏ ਹਿਰਦੇ ਮਾਹੇ ਕਹੀਏ ਵਿੱਚ ਧਰਮ ਨੂੰ ਪਰਪੱਕ ਕੀਤਾ ਹੋਇਆ। ਹਾਂਜੀ, ਜਿਹਨੇ ਆਪਣੇ ਹਿਰਦੇ ਵਿੱਚ ਦਿਲ ਵਿੱਚ ਹਮੇਸ਼ਾ ਧਰਮ ਭਾਵਨਾ ਬਣਾਈ ਰੱਖੀ ਆ ਵੀ ਮੇਰਾ ਪਤੀ ਵਰਤਾ ਧਰਮ ਵਿੱਚ ਰਹਿਣ ਵਾਲੀ, ਪਤੀ ਭਾਵਨਾ ਵਿੱਚ ਰਹਿਣ ਵਾਲੀ, ਜਿਹਦੇ ਸਦਾ ਹਿਰਦੇ ਵਿੱਚ ਧਰਮ ਆ। ਪਤੀ ਪਤ ਬ੍ਰਤ ਧਨੀ ਨਾਰਸੋ। ਕਹਿੰਦੇ ਵੀ ਸੋ ਪਾਠ ਤੇ ਲਿਖਿਆ, ਜਿਹੜੀ ਇਸਤਰੀ ਆਂਦੇ ਪਤੀ ਵਰਤਾ ਧਨੀ ਨਾਰਸੋ। ਸੋ ਕਹੀਏ ਉਹ ਤੇ ਪਤੀ ਵਰਤਾ ਨਾਰੀ ਕਹੀਏ ਇਸਤਰੀ ਆ, ਤੇ ਧਨੀ ਕਹੀਏ ਧਨਤਾ ਦੇ ਜੋਗ ਆ। ਹਾਂਜੀ, ਪਤੀ ਵਰਤਾ ਧਨੀ ਨਾਰਸੋ। ਇਹ ਧਨੀ ਪਾਠ ਤੇ ਇੱਥੇ ਨਹੀਂ ਹੈਗਾ, ਧਨੀ ਦੇ ਨਾਲ ਹੀ ਅਰਥ ਸਿੱਧ ਕਰ ਸਕਦੇ ਹਾਂ, ਪਰ ਜਿਹੜਾ ਸਹੀ ਪਾਠ ਉਹ ਤੇ ਆ ਪਤ ਬ੍ਰਤ ਧਨ ਨਾਰਸੋ, ਭਾਵ ਉਹ ਜਿਹੜੀ ਸੋ ਕਹੀਏ ਉਹ ਨਾਰੀ ਇਸਤਰੀ ਆ, ਉਹ ਤੇ ਧਨਤਾ ਜੋਗ ਆ। ਜੋ ਪਤ ਵਰਤਾ ਧਰਮ 'ਚ ਰਹਿੰਦੀ ਆ, ਜਾਂ ਵੀ ਉਹ ਨਾਰੀ ਤੇ ਪਤ ਵਰਤਾ ਧਰਮ ਵਾਲੀ ਆ, ਤੇ ਧਨ ਕਹੀਏ ਧਨਤਾ ਜੋਗ ਆ। ਕਿਹੜੀ? ਜੋ ਪਤ ਸੇਵਾ ਮਾਹੇ, ਜੋ ਆਪਣੇ ਪਤ ਦੀ ਕਹੀਏ ਪਤੀ ਦੀ ਸੇਵਾ ਵਿੱਚ ਤਤਪਰ ਰਹਿੰਦੀ ਆ।
ਉਹ ਇਸਤਰੀ ਧਨ ਕਹੀਏ ਧਨਤਾ ਜੋਗ ਆ। ਤੇ ਜਿਹਦੇ ਮਨ ਵਿੱਚ ਪਤ ਵਰਤਾ ਪਤੀ ਦੇ ਧਰਮ ਵਿੱਚ ਪਰਪੱਕ ਰਹਿਣ ਦੀ ਇੱਛਾ ਤੇ ਰਹਿੰਦੀ ਆ, ਉਹ ਨਾਰੀ ਧਨਤਾ ਜੋਗ ਆ। ਇਸ ਤਰ੍ਹਾਂ ਤੁਸੀਂ ਸਮਝ ਲੈਣਾ। ਪਾਠ ਹੈਗਾ ਪਤ ਵਰਤ ਧਨ ਨਾਰ ਸੋ। ਠੀਕ ਆ ਜੀ। ਕਈ ਥਾਵਾਂ ਤੇ ਜਿਹੜਾ ਪਾਠ ਹੈ ਨਾ ਨਾਰੀ ਦੇ ਨਾਲ ਕੀਤਾ, ਪਤ ਵਰਤਾ ਧਨ ਨਾਰੀ ਸੋ। ਨਾਰੀ ਕਹਿ ਲਓ, ਨਾਰ ਕਹਿ ਲਓ, ਜ਼ਿਆਦਾਤਰ ਪਾਠ ਤੇ ਨਾਰ ਹੀ ਹੁੰਦਾ ਨਾਨੇ ਕੰਨਾ ਰਾਰੇ ਸਿਹਾਰੀ, ਇਹੀ ਮੁੱਖ ਸਮਝਣਾ। ਹਾਂਜੀ, ਪਤ ਵਰਤ ਧਨ ਨਾਰ ਸੋ। ਉਹ ਇਸਤਰੀ ਦੇ ਧਨਤਾ ਜੋਗ ਆ, ਜੋ ਪਤ ਵਰਤਾ ਧਰਮ ਵਿੱਚ ਰਹਿਣ ਵਾਲੀ ਆ, ਜੋ ਪਤ ਸੇਵਾ ਮਾਏ, ਜੋ ਆਪਣੇ ਪਤੀ ਦੀ ਸੇਵਾ ਵਿੱਚ ਵੀ ਸਦਾ ਤੇ ਰਹਿੰਦੀ ਆ, ਸਦਾ ਹਿਰਦੇ ਵਿੱਚ ਧਰਮ ਪਰਪਕਤਾ ਹੈ, ਜਿਹੜਾ ਪਰਮਾਰਥ ਦੇ ਧਰਮ ਵਾਲੀ ਵੀ ਆ ਤੇ ਪਤੀ ਵਰਤਾ ਧਰਮ ਵਿੱਚ ਵੀ ਰਹਿਣ ਵਾਲੀ ਆ, ਜੋ ਫਿਰ ਹਮੇਸ਼ਾ ਆਪਣੇ ਪਤੀ ਦਾ ਮਾਣ ਸਤਿਕਾਰ ਵਧਾਉਂਦੀ ਆ, ਉਹ ਧਨਤਾ ਜੋਗ ਆ। ਤੇ ਜਿਵੇਂ ਹੁਣੇ ਤੁਹਾਨੂੰ ਦੱਸਣ ਦੇ ਆ ਵੀ ਪਤ ਵਰਤ ਧਨੀ ਨਾਰ ਸੋ ਦੀ ਥਾਂ ਜਿਹੜਾ ਪਾਠ ਹੈ ਨਾ ਪ੍ਰੀਤ ਵਰਧਨੀ ਨਾਰ ਵਹੁ, ਇਹ ਵੀ ਆਉਂਦਾ ਹੈ। ਜੇ ਇੱਥੇ ਇਹ ਆ ਜੇ ਨਾ ਪ੍ਰੀਤ ਵਰਧਨੀ ਨਾਰ ਵਹੁ, ਭਾਵ ਵਹੁ ਕਹੀਏ ਉਹ ਨਾਰ ਜਿਹੜੀ ਇਸਤਰੀ ਆ, ਹਾਂਜੀ, ਉਹ ਤੇ ਪ੍ਰੀਤ ਕਹੀਏ, ਪ੍ਰੇਤ ਦੇ ਵਰਧਨੀ ਕਹੀਏ, ਵਧਾਉਣ ਵਾਲੀ ਹੈ। ਕਿੱਦਾਂ? ਮਾਨ ਵਰਧਨੀ ਸਦਾ, ਜੋ ਇਹਦਾ ਅਰਥ ਵੀ ਕਰ ਲਿਆ, ਧਰਮ ਸੁਧਾਰੇ ਦਮਾਹੀ ਇਹਦਾ ਵੀ ਅਰਥ ਕਰ ਲਿਆ, ਪਤ ਵਰਤ ਧਨ ਨਾਰ ਸੋ। ਹਾਂਜੀ, ਠੀਕ ਹੋ ਗਿਆ ਨਾ। ਇਹ ਜਿਹੜਾ ਪਾਠ ਕਰ ਲਿਆ ਨਾ ਜਦੋਂ, ਦੂਜਾ ਪਾਠ ਇੱਥੇ ਇਹ ਆਉਂਦਾ ਵਾ ਕਈ ਥਾਵਾਂ ਤੇ ਵੀ ਪ੍ਰੀਤ ਵਰਧਨ, ਜਿੱਥੇ ਆਉਂਦਾ ਨਾ ਪਤ ਵਰਤ ਧਨ ਨਾਰ ਸੋ, ਉੱਥੇ ਹੀ ਆਉਣਾ ਵਾ ਦੂਜਾ ਪਾਠ ਪ੍ਰੀਤ ਵਰਧਨੀ ਨਾਰ ਵਹੁ, ਭਾਵ ਉਹ ਜਿਹੜੀ ਨਾਰੀ ਆ, ਹਾਂਜੀ ਵਹੁ ਕਹੀਏ, ਉਹ ਜਿਹੜੀ ਨਾਰੀ ਇਸਤਰੀ ਆ ਤੇ ਉਹ ਤੇ ਪ੍ਰੀਤ ਵਰਧਨੀ ਵਧਾਉਣ ਵਾਲੀ ਆ, ਜੋ ਪਤ ਸੇਵਾ ਮਾਹੀ, ਜੋ ਪਤੀ ਦੀ ਸੇਵਾ ਵਿੱਚ ਰਹਿੰਦੀ। ਹਾਂਜੀ, ਇਹ ਵੀ ਸਮਝ ਲੈਣਾ। ਜਿੱਥੇ ਪਦ ਵਰਤ ਧਨੀ ਧਨ ਨਾਰ ਸੋ ਆਇਆ ਪਾਠ, ਇੱਥੇ ਜਿਹੜੇ ਸੇਵਾ ਪੰਥੀ ਵਾਲੇ ਮਹਾਂਪੁਰਸ਼ ਆ, ਅਰਥ ਤੇ ਆਪਾਂ ਕਰ ਦਿੱਤਾ, ਤੁਹਾਨੂੰ ਪਾਠ ਦਾ ਭੇਦ ਦੱਸ ਦਈਏ ਵੀ ਜਿੱਥੇ ਲਿਖਣਾ ਨਾ ਪਦ ਵਰਤ ਧਨ ਨਾਰ ਸੋ, ਉੱਥੇ ਉਹਨਾਂ ਨੇ ਪਾਠ ਕੀਤਾ ਸੇਵਾ ਪੰਥੀ ਵਾਲਿਆਂ ਨੇ ਪਤੀ ਵਰਤ ਧਨ ਨਾਰੀ ਸੋ, ਤੇ ਅਰਥ ਉਹੀ ਆ, ਉਹ ਨਾਰੀ ਧਨਤਾ ਜੋਗ ਆ, ਜੋ ਪਤੀ ਵਰਤਾ ਧਰਮ ਵਿੱਚ ਰਹਿਣ ਵਾਲੀ, ਪਤੀ ਵਰਤ ਧਨ ਨਾਰੀ ਸੋ, ਇੰਨਾ ਹੀ ਪਾਠ ਦਾ ਫਰਕ ਹੈ। ਤੇ ਆਪਾਂ ਅਰਥ ਮੁੱਖ ਰੱਖਿਆ ਵਾ ਪਤ ਵਰਤ ਧਨ ਨਾਰ ਸੋ, ਇਹ ਮੁੱਖ ਆ। ਜੇ ਸੇਵਾ ਪੰਥੀ ਵਾਲਾ ਮਹਾਂਪੁਰਸ਼ਾਂ ਨੇ ਵੇਖਣਾ ਹੋਵੇ ਤਾਂ ਉਹ ਹੈਗਾ ਵਾ ਪਤ ਵਰਤ ਧਨ ਨਾਰੀ ਸੋ। ਠੀਕ ਹੈ ਜੀ। ਦੋਹਰਾ ਉੱਤਮ ਭੋਜਨ ਜੋ ਕਰੈ, ਜਿਹੜੀ ਇਸਤਰੀ ਹੁਣ ਇਸਤਰੀ ਦੇ ਗੁਣ ਦੱਸਣ ਡੇ ਆ। ਹਾਂਜੀ, ਜਿਹੜੀ ਇਸਤਰੀ ਸਾਫ ਸੁਥਰਾ ਰੋਟੀ ਪਾਣੀ ਤਿਆਰ ਕਰਦੀ ਆ, ਉੱਤਮ ਭੋਜਨ ਵਧੀਆ ਸਾਫ ਸੁਥਰਾ ਸ੍ਰੇਸ਼ਟਤਾਈ ਨਾਲ, ਬਹੁਤ ਚੰਗਾ। ਜਿਹੜੀ ਇਸਤਰੀ ਬਹੁਤ ਚੰਗਾ ਹੈ ਵਧੀਆ ਤਰੀਕੇ ਨਾਲ ਸਾਫ ਸੁਥਰਾ ਸਵਾਦਿਸ਼ਟ ਭੋਜਨ ਕਰੇ ਕਈ ਤਿਆਰ ਕਰਦੀ ਆ, ਪਤ ਕੀ ਇੱਛਾ ਕਾਰ, ਅਤੇ ਪਤੀ ਦੀ ਇੱਛਾ ਕਾਰ ਕਹੀਏ ਮਰਜ਼ੀ ਮੁਤਾਬਕ, ਭਾਵ ਜਿਵੇਂ ਪਤੀ ਦੀ ਮਰਜ਼ੀ ਹੈ, ਜਿਵੇਂ ਪਤੀ ਦੀ ਆਗਿਆ, ਇਹ ਆਗਿਆ ਵਿੱਚ ਚੱਲਦੀ ਹੈ, ਪਤੀ ਦੀ ਆਗਿਆ ਵਿੱਚ ਆਪਣੀ ਮਰਜ਼ੀ ਨਹੀਂ ਕਰਦੀ, ਉਹਦੀ ਮਰਜ਼ੀ ਅਨੁਸਾਰ ਤੁਰਦੀ। ਉਹ ਕਹਿੰਦਾ ਤੇ ਕਿਤੇ ਜਾਂਦੀ ਆ, ਨਹੀਂ ਕਹਿੰਦਾ ਤੇ ਰੁਕ ਜਾਂਦੀ ਆ। ਜਿਵੇਂ ਉਹ ਕਹਿੰਦਾ ਮਾੜਾ ਹੈ ਮਾੜਾ ਖਾ ਲੈਂਦੀ, ਚੰਗਾ ਹੈ ਚੰਗਾ ਪਾ ਲੈਂਦੀ, ਹੰਢਾ ਲੈਂਦੀ। ਪਤੀ ਜੋ ਕਹਿੰਦਾ ਨਾ, ਉਹਦੀ ਆਗਿਆ ਦੀ ਇੱਛਾ ਕਾਰ ਆ, ਮਰਜ਼ੀ ਮੁਤਾਬਕ ਚੱਲਣ ਵਾਲੀ ਪਤੀ ਦੀ, ਜਿਵੇਂ ਪਤੀ ਦੀ ਇੱਛਾ ਉਸ ਦੁਆਰਾ ਹੀ ਕੰਮਕਾਰ ਕਰਦੀ ਆ, ਉਸ ਦੁਆਰੇ ਚੱਲਦੀ ਫਿਰਦੀ ਤੁਰਦੀ ਆ। ਸਦਾ ਪ੍ਰੇ ਕੀ ਭਗਤ ਮੈਂ,
ਤੇ ਸਦਾ ਹੀ ਆਪਣੇ ਪ੍ਰੇ ਕਹੀਏ ਪਿਆਰੇ ਦੇ। ਪਿਆਰਾ ਉਹਦਾ ਕੌਣ ਆ? ਪਤੀ ਆ। ਇਸ ਕਰਕੇ ਪ੍ਰੇ ਦਾ ਭਾਵ ਅਰਥ ਪਤੀ ਲਾ ਲੈਣਾ। ਜੇ ਪਿਆਰੇ ਰੱਖਣਾ ਤੇ ਫਿਰ ਕਹਿਣਾ ਵੀ ਸਦਾ ਜੋ ਹਮੇਸ਼ਾ ਹੀ ਆਪਣੇ ਪਿਆਰੇ ਦੀ, ਭਾਵ ਆਪਣੇ ਪਿਆਰੇ ਪਤੀ ਦੀ। ਜੇ ਸਿੱਧਾ ਪ੍ਰੇ ਦਾ ਅਰਥ ਪਤੀ ਲਾਉਣਾ ਤੇ ਸਿੱਧਾ ਕਹਿਣਾ ਹਮੇਸ਼ਾ ਜੋ ਆਪਣੇ ਪਤੀ ਦੀ ਭਗਤ ਮੈਂ, ਭਾਵ ਭਗਤੀ ਵਿੱਚ, ਸੇਵਾ ਟਹਿਲ ਵਿੱਚ, ਹਾਂਜੀ ਕਹਿਣੇ ਵਿੱਚ ਤਿਆਰ ਬਰ ਤਿਆਰ ਰਹਿੰਦੀ ਆ। ਭਾਗਵਾਨ ਵਹਿ ਨਾਰ, ਉਹ ਇਸਤਰੀ ਨੂੰ ਤੁਸੀਂ ਭਾਗਾਂ ਵਾਲੀ ਭਾਈ, ਕਰਮਾਂ ਵਾਲੀ ਜਾਣ ਲਓ। ਕਰਮਾਂ ਵਾਲੀ ਆ ਵਹਿ, ਉਹ ਇਸਤਰੀ ਜਿਹੜੀ ਆ ਭਾਗਾਂ ਵਾਲੀ ਆ, ਕਰਮਾਂ ਵਾਲੀ ਕਹੀ ਜਾ ਸਕਦੀ ਆ। ਹਾਂਜੀ, ਉਹ ਭਾਗਵਾਨ ਵਹਿ ਨਾਰ, ਉਹ ਭਾਗਾਂ ਵਾਲੀ ਹੈ ਇਹੋ ਜਿਹੀ ਇਸਤਰੀ, ਤੇ ਉਹ ਕਿਸੇ ਕਰਮਾਂ ਵਾਲੇ ਭਾਗਾਂ ਵਾਲੇ ਨੂੰ ਹੀ ਮਿਲਦੀ। ਅੱਜ ਕੱਲ੍ਹ ਤੇ ਨਹੀਂ ਇਹ ਕੰਮ ਰਹਿ ਗਿਆ। ਸਦਾ ਪ੍ਰੇ ਕੀ ਭਗਤ ਮੈਂ, ਇੱਥੇ ਕਈ ਪਾਠ ਕਰ ਲੈਂਦੇ ਸਦਾ ਪੀਆ ਕੀ ਭਗਤ ਮੈਂ। ਪੀਆ ਨਾ ਪਤੀ ਦਾ ਹੁੰਦਾ ਨਾ, ਮਤਲਬ ਉਹ ਬਹੁਤਾ ਆਪਣੇ ਮੁਤਾਬਕ ਹੀ ਕਰ ਲੈਂਦੇ ਵੀ ਜਦੋਂ ਪੀਆ ਦਾ ਅਰਥ ਪਤੀ ਹੁੰਦਾ। ਅਨਰਥ ਨਹੀਂ ਹੋਣ ਡਿਆ, ਪਰ ਮੁੱਖ ਪਾਠ ਪ੍ਰੇ ਹੀ ਆ, ਪ੍ਰੇ ਪਾਠ ਹੀ ਆ। ਅਰਥ ਸਮਝ ਕੇ ਆਪ ਹੀ ਕਰ ਲੈਣਾ। ਪੀਆ ਕੀ ਪਾਠ ਕਰਦੇ, ਪੀਆ ਅਰਥ ਪਤੀ ਆ, ਉਹ ਗੱਲ ਅਰਥ ਹੋਈ। ਦੋਹਰਾ ਆਪਣੇ ਪੁਰਖ ਛੱਡ ਕੇ, ਪੁਰਖ ਨਾਮ ਹੁੰਦਾ ਆਪਣਾ ਬੰਦਾ, ਆਪਣਾ ਪਤੀ, ਆਪਣਾ ਪੁਰਸ਼। ਹੁਣ ਵਿਭਚਾਰਨ ਦੇ ਲੱਛਣ ਕਹਿਣ ਲੱਗੇ ਆ। ਕਹਿੰਦੇ ਜਿਹੜੀ ਇਸਤਰੀ ਆਪਣੇ ਪੁਰਖ ਹੈ ਪਤੀ ਨੂੰ, ਆਪਣੇ ਆਦਮੀ ਨੂੰ, ਬੰਦੇ ਨੂੰ ਛੱਡ ਕਰਕੇ, ਤਿਆਗ ਕਰਕੇ, ਹਾਂਜੀ, ਤੇ ਔਰ ਪੁਰਖ ਪੈ ਜਾਏ, ਔਰ ਜਾਈਏ ਜਿਹੜੇ ਔਰ ਕਈ ਜਿਹੜੇ ਹੋਰ ਪੁਰਖ ਆ, ਭਾਵ ਦੂਜੇ ਪੁਰਖ ਆ, ਉਹਨਾਂ ਮਰਦਾਂ ਪੁਰਖਾਂ ਪੁਰਸ਼ਾਂ ਬੰਦਿਆਂ ਦੇ ਪੈ ਕਹੀਏ ਪਾਸ ਜਾਂਦੀ, ਉਹਨਾਂ ਦੇ ਕੋਲ ਜਾਂਦੀ। ਹਾਂਜੀ, ਵਿਭਚਾਰ ਕਰ ਲਈ, ਗੰਧ ਕਮਾਉਣ ਲਈ, ਆਪਣੀ ਇੱਛਾ ਸੋ ਰਮੈ, ਫਿਰ ਆਪਣੀ ਇੱਛਾ ਨਾਲ ਉਹ ਦੂਸਰੇ ਪ੍ਰਕਾਰ ਨਾਲ ਰਮੈ ਕਹੀਏ ਵਿਸ਼ੇ ਭੋਗਦੀ, ਆਪਣੀ ਮਨ ਮਰਜ਼ੀ ਅਨੁਸਾਰ ਦੂਜੇ ਮਨੁੱਖ ਨਾਲ ਰਮਦੀ ਆ, ਭੋਗ ਕਰਦੀ ਆ, ਸਰੀਰਕ ਸੰਬੰਧ ਬਣਾਉਂਦੀ ਆ। ਵਿਭਚਾਰਣੀ ਕਹਾਏ, ਕਹਿੰਦੇ ਉਹਨੂੰ ਕੋਈ ਵਡਿਆਈ ਨਹੀਂ ਆ। ਉਹ ਤੇ ਬਿਬ ਨਾਮ ਹੁੰਦਾ ਦੋ ਦਾ, ਚਾਰਣੀ ਨਾਮ ਹੁੰਦਾ ਫਿਰਨ ਦਾ, ਭਾਵ ਦੋਵੇਂ ਪਾਸੇ ਫਿਰਨ ਵਾਲੀ, ਕੁਕਰਮੀ ਹੈ। ਵਿਭਚਾਰਨ ਬੁਰੇ ਕੰਮ ਕਰਨ ਵਾਲੀ, ਨਿੰਦਤ ਜਿਹਦਾ ਨਿੰਦਿਆ ਵਾਲਾ ਆਚਾਰ ਆ, ਨਿੰਦਿਆ ਆਚਰਨ ਵਾਲੀ, ਇਹ ਵਿਭਚਾਰਨ ਦਾ ਅਰਥ ਗਈ। ਉਹ ਤੇ ਵਿਭਚਾਰਨ ਕਹਾਏ ਕਹੀਏ, ਕਹਾਉਂਦੀ ਆ, ਅਖਵਾਉਂਦੀ ਆ, ਕੁਕਰਮੀ ਅਖਵਾਉਂਦੀ, ਦੋਵੇਂ ਪਾਸੇ ਫਿਰਨ ਵਾਲੀ। ਮਹਾਰਾਜ ਕਹਿੰਦੇ ਫਿਰ ਛੋੜਿਆ ਕਰ ਆਪਣਾ, ਪਰ ਪੁਰਖੈ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ। ਉੱਥੋਂ ਵੀ ਧੱਕੇ ਖਾਂਦੀ, ਬਹੁਤਾ ਚਿਰੇ ਕੰਮ ਚੱਲਦੇ ਨਹੀਂ ਆ। ਇਸ ਪ੍ਰਕਾਰ ਸਤੀਆ ਇਹਨਾਂ ਆਖੀਆਂ ਜੋ ਮੜੇ ਲੱਗ ਜਰਨ, ਉਹ ਸਤੀਆਂ ਨਹੀਂ ਆਖੀਆਂ ਜਾਂਦੀਆਂ, ਉਹ ਇਸਤਰੀਆਂ ਨਹੀਂ ਆਖੀਆਂ ਜਾਂਦੀਆਂ। ਉਹ ਇਸਤਰੀਆਂ ਜਿਹੜੇ ਆਪਣੇ ਪਤੀ ਤੋਂ ਹੋਈਆਂ ਮਰ ਜਾਂਦੀਆਂ ਤੇ ਆਪਣੇ ਪਤੀ ਪਰਮੇਸ਼ਰ ਨਾਲ ਅਥਵਾ ਸੰਸਾਰੀ ਪਤੀ ਨਾਲ ਵੀ ਇੱਕ ਦੇ ਨਾਲ ਪ੍ਰੇਮ ਰੱਖਦੀਆਂ। ਇਹ ਜਿਹੜਾ 12ਵਾਂ ਅਧਿਆਇ ਇੱਥੇ ਅੱਜ ਸਮਾਪਤ ਹੋਇਆ। ਪਹਿਲਾਂ ਤੇ ਪਤਿਵਰਤਾ ਧਰਮ ਵਾਲੀ ਸ੍ਰੇਸ਼ਟ ਉੱਤਮ ਮਾਈ ਦੀ, ਇਸਤਰੀ ਦੀ ਉਸਤਤ ਕੀਤੀ ਆ। ਅਖੀਰੀ ਵਿਭਚਾਰਨੀ ਦੇ ਲੱਛਣ ਦੱਸੇ ਵੀ ਜਿਹੜੇ ਆਪਣੇ ਆਦਮੀ ਨੂੰ ਛੱਡ ਕੇ ਹੋਰਾਂ ਪਾਸ ਜਾਂਦੀ ਵਿਭਚਾਰ ਕਮਾਉਣ ਲਈ। ਫਿਰ ਆਪਣੀ ਮਰਜ਼ੀ ਅਨੁਸਾਰ ਆਓ ਮੈਂ ਭੋਗ ਕਮਾਉਣਾ ਚਾਹੁੰਦੀ ਰਮਦੀ ਆ, ਵਿਭਚਾਰਨੀ ਉਹ ਕਹਾਉਂਦੀ ਆ। ਐਸੇ ਇਸਤਰੀਆਂ ਨਰਕ ਵਿੱਚ ਜਾ ਕੇ ਪੈਂਦੀਆਂ, ਉੱਪਰ ਲੋਹੇ ਦੇ ਥੰਮਾਂ ਨੂੰ ਜਫੀਆਂ ਪਵਾਈਆਂ ਜਾਂਦੀਆਂ। ਸਤਿਗੁਰੂ ਕਿਰਪਾ ਕਰਨ ਜੀਵਨ ਜਾਂਚ ਆ ਜਾਏ, ਇਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੇ।
ਏਤ ਸ੍ਰੀ ਚਾਣਕੈ ਰਾਜਨੀਤ ਗ੍ਰੰਥੀ ਨਾਮ ਨਵਮੋ ਅਧਿਆਏ। ਤੇ ਇੱਥੇ ਪਾਠ ਦੂਜਾ ਆਉਂਦਾ ਹੈ, ਏਤ ਸ੍ਰੀ ਰਾਜਨੀਤ। ਕਈ ਗ੍ਰੰਥਾਂ ਵਿੱਚ ਗ੍ਰੰਥ ਦਾ ਜਿਵੇਂ ਜਿਵੇਂ ਨਾਮ ਦਿੱਤਾ ਕਿਸੇ ਨੇ, ਹਾਂਜੀ, ਤੇ ਕਈਆਂ ਨੇ ਚਾਣਕੇ ਰਾਜਨੀਤ ਨਾਮ ਗ੍ਰੰਥ ਦਿੱਤਾ, ਤੇ ਕਈਆਂ ਨੇ ਰਾਜਨੀਤ ਚਾਣਾਕਾ ਨਾਮ ਗ੍ਰੰਥ ਦਾ ਨਾਮ ਦਿੱਤਾ। ਇਸ ਪ੍ਰਕਾਰ ਉਹਦੇ ਹਿਸਾਬ ਨਾਲ ਲਿਖਿਆ, ਇੱਥੇ ਫਰਕ ਪੈਂਦਾ। ਜਿੱਥੇ ਚਾਣਕ ਰਾਜਨੀਤੀ ਆਪਾਂ ਰੋਜ਼ ਪੜ੍ਹਦੇ ਹੁੰਦੇ, ਤੇ ਉਹ ਰਾਜਨੀਤ ਚਾਣਾਕਾ ਕਈਆਂ ਨੇ ਲਿਖਿਆ, ਫਿਰ ਉਹ ਲਿਖ ਦਿੰਦੇ। ਸੋ ਕੁਝ ਵੀ ਹੋਵੇ, ਗ੍ਰੰਥ ਇੱਕੋ ਹੀ ਆ। ਇਹ ਤਾਂ ਕਹੀਏ ਜਿਹੜਾ ਸ੍ਰੀ ਸ਼੍ਰੋਮਣੀ ਸੁਭਾਏ ਮਾਨ ਚਾਣਕੇ ਰਾਜਨੀਤੀ ਨਾਮ ਕਹੀਏ ਨਾਮੇ ਗ੍ਰੰਥ ਆ, ਉਹਦਾ ਨਵਮੋ ਅਧਿਆਇ ਭਾਵ 9ਵਾਂ ਅਧਿਆਇ ਦੀ ਇਤੀ ਕਹੀਏ ਇੱਥੇ ਸਮਾਪਤੀ ਹੈ। ਇਤੀ ਕਹੀਏ ਇੱਥੇ ਇਤੀ ਕਹੀਏ ਸਮਾਪਤੀ ਹੈ। ਨਾ ਚੁੱਕਾਂ ਦੀ ਖਿਮਾ ਜੀ, ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਆਪਣੇ ਪੁਰਖ ਛਾੜ ਕੇ ਔਰ ਪੁਰਖ ਪੈ ਜਾਏ, ਆਪਣੀ ਇੱਛਾ ਸੋ ਰਮੈ ਬਿਬਚਾਰਣੀ ਕਹਾਏ। ਏਤ ਸ੍ਰੀ ਚਾਣਕੈ ਰਾਜਨੀਤ ਗ੍ਰੰਥੇ ਨਾਮ ਨਵਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।